ਕਾਂਚੀ ਟੀਵੀ ਦੇਖ ਰਹੇ ਜਿੰਨੇ ਵੀ ਸਾਡੇ ਸਰੋਤੇ ਯੂਕੇ ਜਾਂ ਜਿੱਥੇ ਵੀ ਯੂਰਪ ਦੇ ਵਿੱਚ ਜਾਂ ਤਕਰੀਬਨ 200 ਕੰਟਰੀ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਜਾਂਦਾ ਹੈ ਕਾਂਚੀ ਟੀਵੀ। ਸੋ ਜਿੱਥੇ ਵੀ ਬੈਠੇ ਸਾਡੇ ਸਰੋਤੇ ਸਾਡੇ ਪ੍ਰੋਗਰਾਮ ਦਾ ਅੱਜ ਆਨੰਦ ਮਾਣ ਰਹੇ ਨੇ, ਉਹਨਾਂ ਸਾਰਿਆਂ ਨੂੰ ਹੀ ਮੇਰੇ ਵੱਲੋਂ ਜਾਣੀ ਕਿ ਰੂਪ ਸਮਰਾਏ ਔਰ ਮੇਰੇ ਵੀਰ ਬਲਵੀਰ ਕੈਂਥ ਜੀ ਸਾਡੇ ਦੋਨਾਂ ਵੱਲੋਂ ਸਾਰਿਆਂ ਨੂੰ ਹੀ ਜੈ ਗੁਰੂਦੇਵ, ਧੰਨ ਗੁਰਦੇਵ, ਜੈ ਗੁਰੂਦੇਵ, ਧੰਨ ਗੁਰਦੇਵ, ਜੈ ਭੀਮ, ਜੈ ਵਾਲਮੀਕ, ਸਲਾਮ, ਨਮਸਤੇ ਅਤੇ ਸਤਿ ਸ੍ਰੀ ਅਕਾਲ। ਸੋ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਅਸੀਂ ਹਮੇਸ਼ਾ ਹੀ ਹਰ ਸ਼ੁੱਕਰਵਾਰ ਵਾਲੇ ਦਿਨ ਕਾਂਚੀ ਟੀਵੀ ਦੇ ਵਿਹੜੇ ਦੇ ਵਿੱਚ ਆਪਣੇ ਪ੍ਰੋਗਰਾਮ ਲੈ ਕੇ ਆਈਦਾ ਹੈ ਜਿਸ ਦਾ ਨਾਮ ਹੈ ਆਪਣੇ ਵਿਚਾਰ। ਔਰ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਹੀ ਕੋਈ ਨਾ ਕੋਈ ਟੌਪਿਕ ਵੱਖਰਾ ਹੀ ਲੈ ਕੇ ਆਈਦਾ ਹੈ। ਸੋ ਉਸੇ ਹੀ ਤਰ੍ਹਾਂ ਅੱਜ ਫਿਰ ਇੱਕ ਵਾਰ ਅਸੀਂ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਇੱਕ ਵੱਖਰੇ ਟੌਪਿਕ ਦੇ ਨਾਲ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਉਸ ਤੋਂ ਪਹਿਲੇ ਜਿਸ ਤਰ੍ਹਾਂ ਮੈਂ ਕਿ ਹਮੇਸ਼ਾ ਹੀ ਤੁਹਾਨੂੰ ਦੱਸਿਆ ਕਰਦਾ ਹਾਂ ਕਿ ਸਾਡੇ ਕਾਂਚੀ ਟੀਵੀ ਔਰ ਕਾਂਚੀ ਟੀਵੀ ਦੀ ਜੋ ਵੀ ਸਾਡੀ ਮੈਨੇਜਮੈਂਟ ਹੈ, ਸਾਡੇ ਬੰਗਾ ਜੀ ਹੋ ਗਏ, ਸਾਡੇ ਬਲਵੀਰ ਕਲੇਰ ਜੀ ਹੋ ਗਏ, ਸਾਡੇ ਜੱਖੂ ਜੀ ਹੋ ਗਏ, ਸਾਡੇ ਰਾਜ ਬੰਗੜ ਜੀ ਹੋ ਗਏ ਅਤੇ ਬੀਬੀ ਭੋਲੀ ਜੀ ਹੋ ਗਏ, ਇਹਨਾਂ ਸਾਰਿਆਂ ਦਾ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਸਾਡਾ ਜੋ ਸਟੂਡੀਓ ਦਾ ਨੰਬਰ ਹੈ ਉਹ ਤੁਹਾਡੇ ਸਾਹਮਣੇ ਸਕਰੀਨ 'ਤੇ ਆ ਰਿਹਾ ਹੈ, ਜ਼ਰੂਰ ਤੁਸੀਂ ਵੀ ਫੋਨ ਘੁਮਾਇਓ। ਸੋ ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਧੀਆਂ ਦਾ। ਜਿਸ ਤਰ੍ਹਾਂ ਕਿਸੇ ਨੇ ਚੰਦ ਲਾਈਨਾਂ ਕਹੀਆਂ, ਕਹਿੰਦਾ ਹੈ ਕੁੜੀਏ ਕਿਸਮਤ ਰੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ, ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ, ਤੇ ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਏ ਧੀਏ, ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਏ ਧੀਏ। ਕਿਹੜੇ ਕਰਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਜੀ ਹਾਂ, ਸੋ ਅੱਜ ਅਸੀਂ ਫਿਰ ਇੱਕ ਵਾਰ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਕਾਂਚੀ ਟੀਵੀ ਦੇ ਵਿਹੜੇ ਵਿੱਚ ਲੈ ਕੇ ਆਏ ਹਾਂ ਆਪਣਾ ਨਵਾਂ ਟੌਪਿਕ। ਜੋ ਹੈ ਅੱਜ ਦਾ ਟੌਪਿਕ ਉਹ ਹੈ ਧੀਆਂ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਤਕਰੀਬਨ ਆਪਾਂ ਸਾਰੇ ਹੀ ਧੀਆਂ ਵਾਲੇ ਹਾਂ, ਸਾਰੇ ਹੀ ਧੀਆਂ ਵਾਲੇ ਹਾਂ, ਮਗਰ ਸਾਡੀਆਂ ਧੀਆਂ ਦੇ ਜਿਹੜੇ ਕਰਮ ਧਰਮ ਉਹ ਅਸੀਂ ਨਹੀਂ ਜਾਣਦੇ। ਕਹਿੰਦੇ ਹਨ ਕਿ ਹਰ ਇਨਸਾਨ ਆਪਣੇ ਆਪਣੇ ਕਰਮ ਲਿਖਾ ਕੇ ਸੰਸਾਰ 'ਤੇ ਆਉਂਦਾ ਹੈ। ਸੋ ਸ਼ੁਰੂਆਤ ਕਰਨ ਤੋਂ ਪਹਿਲੇ ਇੱਕ ਲਾਈਵ ਕਾਲ ਲੈਂਦੇ ਹਾਂ। ਹੈਲੋ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਬੋਲਦੇ ਜੀ? ਮੈਂ ਇੱਥੇ ਬਰਿੰਗਮ ਤੋਂ ਬੋਲ ਰਿਹਾ। ਮੈਂ ਸਭ ਤੋਂ ਪਹਿਲੇ ਤੁਹਾਡੇ ਮੈਨੇਜਮੈਂਟ ਦੇ ਸਾਰਿਆਂ ਨੂੰ ਮੁਬਾਰਕਬਾਦ ਦੇਣਾ। ਡਾਕਟਰ ਇਜਾਜ਼ ਜੀ? ਹਾਂਜੀ ਹਾਂਜੀ। ਵਾਹ ਜੀ ਵਾਹ, ਵੈਲਕਮ ਜੀ। ਧਰਮਾਂ ਦਾ ਬਰਾਬਰ ਦਾ ਸਲੂਕ ਕਰਦੇ ਹੋ, ਬਹੁਤ ਮੈਂ ਕਹਿੰਦਾ ਕਿ ਐਪਰੀਸ਼ੀਏਟ ਕਰਨੇ ਆ ਕਿ ਤੁਸੀਂ ਕੋਈ ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕੋਈ ਮਤਲਬ ਦਾ ਹੋਵੇ ਜੀ, ਸਭ ਦੇ ਨਾਲ ਬਰਾਬਰ ਦਾ ਸਲੂਕ ਕਰਦੇ ਹੋ। ਮੇਰੇ ਨਾਂ 'ਚ ਮੁਹੰਮਦ ਆਉਂਦਾ ਹੈ, ਮੇਰਾ ਪੂਰਾ ਨਾਮ ਹੈ ਮੁਹੰਮਦ ਇਜਾਜ਼। ਮੁਹੰਮਦ ਇਜਾਜ਼ ਜੀ। ਹਾਂਜੀ ਹਾਂਜੀ। ਤੇ ਮੈਂ ਇੱਕ ਦਫਾ ਤੁਹਾਡੇ ਸੁਣਿਆ ਸੀ ਇੱਕ ਨਾਤ ਵੀ
उनका नाम। तो मैंने सुन के बड़ी खुशी हुई कि तुम हर धर्म के बराबर मोहम्मद कोई मोहम्मदन है कोई ईसाई है जी। सबके नाम की बराबर का सलूक करते हो और बड़ा ਤੁਹਾਡਾ टीवी पर इतना मकबूल है कि 200 मुल्कों में देखा जाता है। देखो जी कहते ने आजाद जी के अबर अल्लाह नूर पाए कुदरत के सब बंदे एक नूर ते सब जग उपजा कौन भले को मंदे। हाँ सारे इंसान सब उसदे ही बनाए हुए इंसान हैं जी ਆਪਾਂ ਸਾਰੇ। ਤੇ ਮੇਰੇ ਨਾਂ 'ਚ ਮੁਹੰਮਦ ਆਉਂਦਾ ਹੈ ਇਸ ਵਾਸਤੇ ਮੈਨੂੰ ਕੋਈ ਮੁਹੰਮਦ ਦਾ ਕੋਈ ਨਾਤ ਹੋਵੇ ਤੇ ਮੈਂ ਬੜਾ ਖੁਸ਼ ਹੁੰਦਾ ਹਾਂ। ਥੈਂਕ ਯੂ ਜੀ ਓਕੇ ਮੁਹੰਮਦ ਜਾਦ ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਹ ਸਨ ਸਾਡੇ ਮੁਹੰਮਦ ਆਜ਼ਾਦ ਜੀ ਡਾਕਟਰ ਜੀ ਤੇ ਜਾਣੀ ਕਿ ਹੁਣ ਇਹ ਕਈ ਵਾਰ ਸਾਡੇ ਪ੍ਰੋਗਰਾਮ ਵਿੱਚ ਭਾਗ ਲੈਂਦੇ ਨੇ ਔਰ ਬਹੁਤ ਪਸੰਦ ਕਰਦੇ ਨੇ ਪ੍ਰੋਗਰਾਮ। ਸੋ ਗੱਲ ਚੱਲ ਰਹੀ ਸੀ ਧੀਆਂ ਦੀ ਕਿ ਧੀਆਂ ਆਪਣੇ ਆਪਣੇ ਲੇਖ ਲਿਖਾ ਕੇ ਆਉਂਦੀਆਂ। ਕੁਝ ਧੀਆਂ ਉਹ ਜਿਹੜੀਆਂ ਕਿ ਇਹ ਜੱਗ ਦੇਖਣ ਤੋਂ ਪਹਿਲੇ ਹੀ ਖਤਮ ਕਰ ਦਿੱਤੀਆਂ ਜਾਂਦੀਆਂ, ਮਾਰ ਮੁਕਾ ਦਿੰਦੇ ਨੇ ਕੁਝ, ਪਰ ਉਹ ਵੀ ਕੋਈ ਕਾਰਨ ਗਰੀਬੀਆਂ ਦਾ। ਮਗਰ ਕੁਝ ਧੀਆਂ ਇਹ ਵੀ ਹੈ ਕਿ ਮਹਾਰਾਣੀਆਂ ਵੀ, ਕੁਝ ਧੀਆਂ ਸੰਸਾਰ 'ਚ ਆ ਕੇ ਵੀ ਬਹੁਤ ਹੀ ਮਾੜੇ ਸਮੇਂ ਦਾ ਸਾਹਮਣਾ ਕਰਦੀਆਂ। ਹੈਲੋ ਜੀ ਕੌਣ ਤੇ ਕਿੱਥੋਂ ਜੀ? ਹਾਂਜੀ ਸਤਿਕਾਰਯੋਗ ਵੀਰ ਜੀ ਸਿਮਰਜੀਤ ਕੌਰ ਚਾਹਲ ਬੋਲਦੀ ਆ। ਸਿਮਰ ਕੌਰ ਚਾਹਲ ਜੀ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ। ਹਾਂਜੀ ਦੋਹਾਂ ਭਰਾਵਾਂ ਨੂੰ ਮੇਰੀ ਵੱਲੋਂ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਹਾਂਜੀ ਤੇ ਬਹੁਤ ਅੱਛਾ ਤੁਸੀਂ ਟੌਪਿਕ ਧੀਆਂ ਤੇ ਰੱਖਿਆ ਆ ਜੀ ਦਿਲ ਖੁਸ਼ ਹੋ ਗਿਆ। ਹਾਏ 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 ਹਾਂਜੀ ਥੈਂਕ ਯੂ ਜੀ। ਹਾਂਜੀ ਮੈਂ ਵੀ ਧੀ ਤੇ ਪੜ੍ਹਦੀ ਆ ਕਵਿਤਾ। ਬਿਲਕੁਲ ਜੀ। ਆਓ ਇਹ ਕੀ ਮੰਗਾਂ ਰੱਬ ਦੇ ਕੋਲੋਂ, ਇਹ ਕੀ ਮੰਗਾਂ ਰੱਬ ਦੇ ਕੋਲੋਂ, ਦਿਲ ਅੰਦਰੋਂ ਸੋਚ ਸ਼ਰਮਾਵੇ, ਆਹਾ ਦਿਲ ਅੰਦਰੋਂ ਸੋਚ ਸ਼ਰਮਾਵੇ, ਅਜਿਹੀ ਮੰਗ ਨਾ ਕਿਸੇ ਨੇ ਮੰਗੀ, ਵਾਹ ਜੀ ਵਾਹ। ਅਜਿਹੀ ਮੰਗ ਨਾ ਕਿਸੇ ਨੇ ਮੰਗੀ, ਦੱਸ ਮੈਨੂੰ ਕੌਣ ਸਮਝਾਵੇ, ਓਏ ਹੋਏ ਵਾਹ ਜੀ ਵਾਹ। ਦੱਸ ਮੈਨੂੰ ਕੌਣ ਸਮਝਾਵੇ, ਇੱਕ ਧੀ ਜੰਮੇ ਮੇਰੀ ਕੁੱਖੋਂ ਜੀ ਇੱਕ ਧੀ ਜੰਮੇ ਮੇਰੀ ਕੁੱਖੋਂ, ਜੋ ਬਣ ਕੇ ਰੋਸ਼ਨੀ ਮੇਰੇ ਘਰ ਆਵੇ, ਆਹਾ ਆਇਆ ਭਾਇਆ ਜੋ ਬਣ ਕੇ ਰੋਸ਼ਨੀ ਮੇਰੇ ਘਰ ਆਵੇ, ਨਾ ਆਪਣੇ ਨੂੰ ਕਰ ਦੇਵੇ ਰੋਸ਼ਨ, ਆ ਵਾਹ ਜੀ ਵਾਹ। ਨਾ ਆਪਣੇ ਨੂੰ ਕਰ ਦੇਵੇ ਰੋਸ਼ਨ, ਸਭ ਦੀ ਧੀ ਰੋਸ਼ਨੀ ਬਣ ਜਾਵੇ, ਓਹ ਵਾਹ ਜੀ ਵਾਹ। ਸਭ ਦੀ ਧੀ ਰੋਸ਼ਨੀ ਬਣ ਜਾਵੇ, ਵਾਹ ਜੀ ਵਾਹ। ਹਰ ਘਰ ਦੇ ਵਿੱਚ ਜਾ ਕੇ ਉਹ ਆਪਣੀ ਇੱਕ ਇੱਕ ਕਿਰਨ ਖਿਲਾਰੇ, ਵਾਹ ਜੀ ਵਾਹ। ਦੁਨੀਆ ਦੇ ਵਿੱਚ ਹੋਵੇ ਚਾਨਣ ਹੀ ਚਾਨਣ, ਵਾਹ ਜੀ ਵਾਹ। ਦੁਨੀਆ ਦੇ ਵਿੱਚ ਹੋਵੇ ਚਾਨਣ ਹੀ ਚਾਨਣ, ਕਿਤੇ ਹਨੇਰ ਨਜ਼ਰ ਨਾ ਆਵੇ, ਵਾਹ ਜੀ ਵਾਹ। ਵਾਹ ਜੀ ਵਾਹ। ਧੀਆਂ ਨੂੰ ਨਾ ਕੁੱਖ ਵਿੱਚ ਮਾਰੋ, ਆਹਾ ਧੀਆਂ ਨੂੰ ਨਾ ਕੁੱਖ ਵਿੱਚ ਮਾਰੋ, ਹਰ ਮਾਂ ਨੂੰ ਜਾ ਸਮਝਾਵੇ, ਵਾਹ ਜੀ ਵਾਹ। ਧੀਆਂ ਪੁੱਤਾਂ ਵਿੱਚ ਫਰਕ ਨਾ ਰੱਖੋ, ਵਾਹ ਜੀ ਵਾਹ। ਧੀਆਂ ਪੁੱਤਾਂ ਵਿੱਚ ਫਰਕ ਨਾ ਰੱਖੋ, ਦਿਲਾਂ ਚੋਂ ਅਜਿਹੇ ਫਰਕ ਮਿਟਾਵੋ, ਆਹਾ ਦੁੱਖ ਨਾ ਹੋਵੇ ਧੀ ਜੰਮਣ ਦਾ, ਕੋਈ ਧੀ ਦਾ ਸੋਗ ਨਾ ਮਨਾਵੇ, ਵਾਹ ਜੀ ਵਾਹ। ਆਇਆ ਭਾਇਆ ਧੀ ਦੇ ਆਉਣ ਤੇ ਵੀ ਖੁਸ਼ੀਆਂ ਸਾਰਾ ਜੱਗ ਪੁੱਤ ਵਾਂਗ ਮਨਾਵੇ, ਸਹੀ ਗੱਲ ਹੈ ਸਹੀ ਆ ਜੀ। ਧੀ ਦੇ ਆਉਣ ਤੇ ਵੀ ਖੁਸ਼ੀਆਂ ਸਾਰਾ ਜੱਗ ਪੁੱਤ ਵਾਂਗ ਮਨਾਵੇ, ਚਾਹੀਦਾ ਵਾਹ ਜੀ ਵਾਹ। ਧੀਆਂ ਨੂੰ ਕੋਈ ਭਾਰ ਨਾ ਸਮਝੇ, ਵਾਹ ਜੀ ਧੀਆਂ ਨੂੰ ਕੋਈ ਭਾਰ ਨਾ ਸਮਝੇ, ਧੀ ਹੋਣ ਤੇ ਕੋਈ ਮਾਂ ਨਾ ਸ਼ਰਮਾਵੇ, ਵਾਹ ਜੀ ਵਾਹ। ਧੀ ਹੋਣ ਤੇ ਕੋਈ ਮਾਂ ਨਾ ਸ਼ਰਮਾਵੇ, ਹਰ ਕੋਈ ਆਪਣੇ ਘਰ ਦੇ ਅੰਦਰ ਧੀ ਦਾ ਬੂਟਾ ਆਪ ਲਗਾਵੇ, ਓਹ ਵਾਹ ਜੀ ਵਾਹ। ਹਰ ਕੋਈ ਆਪਣੇ ਘਰ ਦੇ ਅੰਦਰ ਧੀ ਦਾ ਬੂਟਾ ਆਪ ਲਗਾਵੇ, ਫੈਲੇ ਵਿਦਿਆ ਚਾਨਣ ਹੋਏ, ਵਾਹ ਜੀ ਫੈਲੇ ਵਿਦਿਆ ਚਾਨਣ ਹੋਏ, ਕੋਈ ਧੀ ਨਾ ਅਨਪੜ੍ਹ ਰਹਿ ਜਾਵੇ, ਵਾਹ ਜੀ ਵਾਹ। ਕੋਈ ਧੀ ਨਾ ਅਨਪੜ੍ਹ ਰਹਿ ਜਾਵੇ। ਵਾਹ ਜੀ ਵਾਹ। ਸ਼ੁਕਰੀਆ। ਬਹੁਤ ਬਹੁਤ ਵਾਹ ਜੀ ਵਾਹ। ਸਹੁਰੇ ਘਰ ਵਿੱਚ ਧੀਆਂ ਨੂੰ, ਸਹੁਰੇ ਘਰ ਵਿੱਚ ਧੀਆਂ ਨੂੰ ਕੋਈ ਵੀ ਨਾ ਅੱਗਾ ਲਾਵੇ,
वाह जी ਕੋਈ ਵੀ ਨਾ ਅੱਗਾ ਲਾਵੇ ਬਸ ਇਹੋ ਜਿਹੀ ਇੱਕ ਧੀ ਰੋਸ਼ਨੀ वाह जी वाह ਮੇਰੇ ਘਰ ਦੇ ਵਿੱਚ ਆ ਜਾਵੇ ਮੇਰੇ ਘਰ ਦੇ ਵਿੱਚ ਆ ਜਾਵੇ ਰੋਸ਼ਨ ਕਰ ਦੇਵੇ ਇੱਕ ਇੱਕ ਘਰ ਨੂੰ ਸਭ ਜਾਈਏ ਉਸ ਤੋਂ ਬਲਿਹਾਰੇ ਸਭ ਜਾਈਏ ਉਸ ਤੋਂ ਬਲਿਹਾਰੇ ਵੀਰ ਜੀ ਇਹ ਧੀ ਦੇ ਉੱਤੇ ਮੇਰੀ ਕਵਿਤਾ ਸੀਗੀ ਥੈਂਕ ਯੂ ਵੈਰੀ ਮਚ ਸਿਮਰ ਕੌਰ ਜੀ ਮੇਰੇ ਖਿਆਲ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਆਏ ਆ ਮੈਨੂੰ ਉਹ ਕਾਕਾ ਆਪਣੇ ਟੈਲੀਫੋਨ ਜਿਹੜਾ ਚੱਕਦਾ ਹਾਂਜੀ ਨਾਮ ਮੇਰੇ ਦਿਮਾਗ ਚੋਂ ਭੁੱਲ ਗਿਆ ਮੋਮੀ ਜੀ ਹਾਂਜੀ ਮੈਨੂੰ ਉਹ ਕਾਕੇ ਨੇ ਕਿਹਾ ਸੀਗਾ ਵੀ ਤੁਸੀਂ ਵੀ ਆਂਟੀ ਪ੍ਰੋਗਰਾਮ ਦੇ ਵਿੱਚ ਇਸ ਦੇ ਵਿੱਚ ਆਇਆ ਕਰੋ ਜੀ ਆ ਠੀਕ ਹੈ ਜੀ ਬਈ ਦੇ ਦੇ ਉਹਨੇ ਤੁਸੀਂ ਪ੍ਰੋਗਰਾਮ ਸਾਡਾ ਇਹਨੇ ਵੀਰ ਜੀ ਮੈਂ ਕਾਹਨੂੰ ਕਹਾ ਮੈਂ ਨਹੀਂ ਦੇਖਿਆ ਹੈਗਾ ਚਲੋ ਕੋਈ ਨਹੀਂ ਮੇਰਾ ਖਿਆਲ ਕਿ ਅੱਜ ਤੋਂ ਬਾਅਦ ਤੁਸੀਂ ਜ਼ਰੂਰ ਦੇਖਿਆ ਕਰੋਗੇ ਹਾਂ ਅੱਛਾ ਜੀ ਔਰ ਇਦਾਂ ਕਰਨਾ ਕਿ ਹਮੇਸ਼ਾ ਹੀ ਜਾਣ ਕੇ ਇਸੇ ਤਰ੍ਹਾਂ ਆਉਂਦੇ ਜਾਂਦੇ ਰਿਹਾ ਕਰਨਾ ਅੱਛਾ ਜੀ ਬਹੁਤ ਬਹੁਤ ਤੁਹਾਡਾ ਜੀ ਦਿਲੋਂ ਧੰਨਵਾਦ ਆ ਅੱਛਾ ਜੀ ਜ਼ਰੂਰ ਆਇਆ ਕਰਾਂਗੇ ਮੈਂ ਜਿੱਦਾਂ ਕਾਕੇ ਦੇ ਕਹੇ ਦੇ ਉੱਤੇ ਫਿਰ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਈ ਹਾਂ ਜਰੂਰ ਜੀ ਵੈਲਕਮ ਜੀ ਹੁਣ ਗਾਂ ਕਾਕੇ ਤੋਂ ਬਗੈਰ ਹੀ ਆ ਜਾਏ ਅੱਛਾ ਜੀ ਕੋਈ ਨਹੀਂ ਥੈਂਕ ਯੂ ਜੀ ਜੈ ਗੁਰਦੇਵ ਜੀ ਥੈਂਕ ਯੂ ਜੀ ਧੰਨ ਗੁਰਦੇਵ ਜੀ ਸੋ ਇਹ ਸਨ ਸਾਡੀ ਬੀਬੀ ਸਿਮਰ ਕੌਰ ਜੀ ਜੋ ਕਿ ਪਹਿਲੀ ਵਾਰ ਸਾਡੇ ਪ੍ਰੋਗਰਾਮ ਵਿੱਚ ਇਹਨਾਂ ਨੇ ਹਿੱਸਾ ਲਿਆ ਔਰ ਜਿਹੜੀ ਕਵਿਤਾ ਸੁਣਾ ਕੇ ਗਏ ਨੇ ਕੀ ਬਾਤ ਹੈ ਜੀ ਬਹੁਤ ਹੀ ਵਧੀਆ ਕਵਿਤਾ ਸੀ ਬਹੁਤ ਹੀ ਵਧੀਆ ਕਿ ਉਹਨਾਂ ਨੇ ਗੱਲ ਮੰਨ ਲੈਣ ਸੰਸਾਰ ਵਿੱਚ ਸੁਖੀ ਸੁਖੀ ਹੈ ਜੀ ਜੋ ਕੁਝ ਉਹਨੇ ਕਿਹਾ ਜੀ ਸੋ ਉਹੀ ਗੱਲ ਕਰ ਰਹੇ ਸੀ ਆਪਣਾ ਕੈਂਪ ਸਾਹਿਬ ਕਿ ਜਿਸ ਤਰ੍ਹਾਂ ਦੇਖੋ ਸਾਡੇ ਹੁਣ ਸਿਮਰ ਕੌਰ ਜੀ ਬਹੁਤ ਸੋਹਣੀਆਂ ਗੱਲਾਂ ਕਰ ਗਏ ਨੇ ਆਪਣੀ ਕਵਿਤਾ ਦੇ ਵਿੱਚ ਤੁਹਾਡੇ ਖਿਆਲ ਦੇ ਵਿੱਚ ਕੀ ਹੈ ਜੀ ਧੀਆਂ ਦੇ ਬਾਰੇ ਅੱਜ ਧੀਆਂ ਦਾ ਤੇ ਚਲੋ ਇੱਕ ਲਾਈਵ ਕੋਲ ਲੈਣੇ ਪਹਿਲੇ ਜੀ ਹੈਲੋ ਜੀ ਹਲੋ ਵੀਰ ਜੀ ਦੋਨਾਂ ਵੀਰਾਂ ਨੂੰ ਜੈ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਸਾਡੇ ਬੀਬੀ ਆਸ਼ਾ ਮਲ ਜੀ ਲੱਗਦੇ ਨੇ ਹਾਂਜੀ ਭੈਣ ਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਸਾਡੇ ਪ੍ਰੋਗਰਾਮ ਦਾ ਟੌਪਿਕ ਹੈਗਾ ਧੀਆਂ ਹਾਂਜੀ ਕੀ ਵਿਚਾਰ ਨੇ ਤੁਹਾਡੇ ਜੀ ਵਿਚਾਰ ਤਾਂ ਦੇਖੋ ਧੀਆਂ ਦਾ ਤਾਂ ਦੁਨੀਆ ਆ ਸਹੀ ਧੀਆਂ ਤੋਂ ਬਿਨਾਂ ਸੰਸਾਰ ਹੀ ਨਹੀਂ ਸਹੀ ਗੱਲ ਹੈ ਜੀ ਮੇਰੇ ਵਿਚਾਰ ਇਹ ਆ ਵੀ ਧੀ ਨਹੀਂ ਤੇ ਮਾਂ ਨਹੀਂ ਵਾਹ ਜੀ ਵਾਹ ਤੇ ਪਤਨੀ ਨਹੀਂ ਤੇ ਧੀ ਨਹੀਂ ਤੇ ਭੈਣ ਨਹੀਂ ਜੀ ਧੀ ਨਹੀਂ ਤੇ ਪੁੱਤਰ ਨਹੀਂ ਜੀ ਧੀ ਨਹੀਂ ਤਾਂ ਸੰਸਾਰ ਨਹੀਂ ਤਾਂ ਕੱਲ ਵੀ ਨਹੀਂ ਵਾਹ ਜੀ ਵਾਹ ਪਾਣੀ ਅਤੇ ਧੀਆਂ ਦੀ ਘਾਟ ਆਉਣ ਵਾਲੀਆਂ ਨਸਲਾਂ ਭੋਗਣਗੀਆਂ ਜਿੱਦਾਂ ਧੀਆਂ ਦਾ ਅੱਜ ਕੱਲ੍ਹ ਹਾਲ ਕੀਤਾ ਹੈ ਓਹ ਵਾਹ ਜੀ ਬਹੁਤ ਕੰਮ ਖਰਾਬ ਬਹੁਤ ਜ਼ਿਆਦਾ ਬਿਲਕੁਲ ਜੀ ਬਹੁਤ ਬੁਰਾ ਟਾਈਮ ਚੱਲਦਾ ਹੈ ਜੀ ਸਹੀ ਗੱਲ ਹੈ ਧੀ ਹੈ ਤਾਂ ਪੁੱਤ ਹੈ ਜੀ ਤਾਂ ਸੁੱਖ ਹੈ ਸਹੀ ਗੱਲ ਹੈ ਤਾਂ ਦੁੱਖ ਵੀ ਹੈ ਜ਼ਿੰਦਗੀ ਦੇ ਅਰਥ ਵੀ ਹੈ ਤੇ ਰੁੱਖ ਦੀ ਛਾਂ ਵੀ ਹੈ ਵਾਹ ਜੀ ਵਾਹ ਮਾਪੇ ਤੁਰ ਗਏ ਤਾਂ ਮਿੱਤਰ ਵਿਛੜੇ ਪੁੱਤਰ ਦੂਰ ਦਰਾਡੇ ਦੀ ਮੇਰਾ ਇੱਥੇ ਕੀ ਵਾਹ ਜੀ ਵਾਹ ਜਿਹੜਾ ਪਿਆਰ ਨਹੀਂ ਮਿਲਦਾ ਪਿੰਡ ਤੇਰੇ ਦਾ ਖੂਹ ਟੱਪ ਕੇ ਉਹ ਆਪਣੇ ਬਾਬਲ ਨੂੰ ਕਹਿੰਦੀ ਆ ਮੈਨੂੰ ਧੀ ਨਹੀਂ ਕਿਸੇ ਨੇ ਕਹਿਣਾ ਬਾਬਲ ਤੇਰੀ ਜੂਹ ਟੱਪ ਕੇ ਪਵਿੱਤਰ ਪਾਣੀ ਜਿਹੜਾ ਪਿਆਰ ਨਹੀਂ ਮਿਲਣਾ ਪਿੰਡ ਤੇਰੇ ਦਾ ਖੂਹ ਟੱਪ ਕੇ ਧੀ ਦੇ ਦੋ ਜੀਵਨ ਆ ਜੀ ਪਹਿਲਾ ਘਰ ਮੇਰਾ ਜਨਮ ਹੋਇਆ ਦੂਜੇ ਘਰ ਮੈਂ ਮਰਦੀ ਆ ਧੋਖਾ ਕਿਸੇ ਨਾਲ ਮੈਂ ਕੀਤਾ ਨਹੀਂ ਦੋਵਾਂ ਦਾ ਪਾਣੀ ਭਰਦੀ ਆ ਉੱਥੇ ਵੀਰਾਂ ਦੀ ਮੈਂ ਸਾਰ ਸੀ ਰਹਿੰਦੀ ਜੀ ਇੱਥੇ ਪਤੀ ਦੇਵ ਦੇ ਦੇਖੇ ਵੇ ਜੀਵਨ ਹੁੰਦੇ ਕੁੜੀਆਂ ਦੇ ਇੱਕ ਸਹੁਰੇ ਤੇ ਇੱਕ ਪੇਕੇ ਦੇ ਵਾਹ ਜੀ ਵਾਹ ਖਿੜੀਆਂ ਹੋਈਆਂ ਕਲੀਆਂ ਹਨ ਧੀਆਂ ਵਾਹ ਜੀ ਵਾਹ ਮਾਂ ਬਾਪ ਦਾ ਦਰਦ ਸਮਝਦੀਆਂ ਹਨ ਧੀਆਂ ਘਰ ਨੂੰ ਰੋਸ਼ਨ ਕਰਦੀਆਂ ਨੇ ਧੀਆਂ ਜੀ ਬੇਟੇ ਅੱਜ ਹਨ ਤੇ ਆਉਣ ਵਾਲਾ ਕੱਲ ਨੇ ਧੀਆਂ ਵਾਹ ਜੀ ਵਾਹ एक माँ पुत्री को जन्म देकर जाती है फिर से माँ को जन्म दे रही है जी एक स्त्री के लिए बेहतर और क्या हो सकता है वाह जी वाह तो एक थोड़ा सा हो लिखा कि अख भर आई देखो डारी पुंजा दी क्यों दाते चोग खिलारी पुंजा दी
ਵਾਹ ਜੀ ਧੀਆਂ ਨੂੰ ਵੀ ਲੋਕ ਕੁੰਜਾ ਕੁੰਜਾ ਕਹਿੰਦੇ ਨੇ ਜੀ। ਤੋਰਨ ਦੀ ਬਾਵਲ ਕਰੇ ਤਿਆਰੀ ਕੁੰਜਾਂ ਦੀ। ਓਹੋ ਹੋ ਆਂਦਰਾਂ ਟੁੱਟੀਆਂ ਦੱਤ ਦਾ ਹੋਣਾ ਸੀ ਵੈਸੇ ਘਰੋਂ ਰੁਖਸਤੀ ਲੱਗੀ ਪਿਆਰੀ ਕੁੰਜਾਂ ਦੀ। ਵਾਹ ਜੀ ਵਾਹ। ਹੁਣ ਰੋਜ਼ ਉਡੀਕਾਂ ਤੇਰੀਆਂ ਧੀਏ ਰਾਣੀਏ ਮੌਤ ਤੋਂ ਸਿਰ ਵਾਪਸ ਗੱਲ ਨਿਆਰੀ ਕੁੰਜਾਂ ਦੀ। ਆਹ ਅੱਖ ਭਰ ਆਈ ਦੇਖ ਉਡਾਰੀ ਕੁੰਜਾਂ ਦੀ ਜੀ ਕਿਉਂ ਦਾਤੇ ਚੋਜ ਖਲਾਰੀ ਕੁੰਜਾਂ ਦੀ। ਵਾਹ ਜੀ ਵਾਹ। ਫਿਰ ਧੀ ਉਹ ਆਪਣੇ ਜਾਂਦੀ ਆ ਨਾ ਆਪਣੇ ਬਾਪ ਨੂੰ ਮਿਲਣ ਹਾਂਜੀ ਸਹੁਰਿਆਂ ਤੋਂ ਜੀ ਤਾਂ ਆਪਣੇ ਪਿਤਾ ਨੂੰ ਮਿਲਣ ਲਈ ਇਜਾਜ਼ਤ ਮੰਗਣੀ ਪੈਂਦੀ ਆ ਸਹੀ ਗੱਲ ਹੈਗੀ ਪਤੀ ਦੇ ਘਰੋਂ। ਸਹੀ ਜੀ ਸਹੀ ਗੱਲ ਆ ਮੈਂ ਜਾ ਸਕਦੀ ਆ ਕਿ ਨਹੀਂ। ਸਹੀ ਗੱਲ ਹੈ, ਸਹੀ ਤਾਂ ਉਹ ਫਿਰ ਜਿਹੜਾ ਪਹਿਲਾਂ ਬਾਪ ਦੇ ਘਰ ਜਿਹੜਾ ਹੱਕ ਹੁੰਦਾ ਆ ਉਹ ਫਿਰ ਬਦਲ ਜਾਂਦਾ ਨਾ। ਬਦਲ ਜਾਂਦਾ ਜੀ, ਉਹ ਸਹੁਰੀ ਘਰ ਚਲ ਜਾਂਦਾ। ਸੌਰੀ ਗੱਲ ਉਹ ਸਹੁਰੇ ਘਰ ਚਲੇ ਜਾਂਦਾ ਆ। ਜੀ ਜੀ ਤੇ ਇਹ ਗੱਲ ਏਦਾਂ ਆ ਵੀ ਜਿਹੜੀਆਂ ਧੀਆਂ ਆ ਨਾ ਮੈਂ ਤਾਂ ਇਹੀ ਹੁੰਦੀ ਆ ਵੀ ਜੇ ਆਈ ਦੁਨੀਆ ਵਸਦੀ ਆ ਧੀਆਂ ਕਰਕੇ ਤੇ ਧੀਆਂ ਆ ਤਾਂ ਬਿਲਕੁਲ ਨਹੀਂ ਜੀ। ਤਾਂ ਦੁਨੀਆ ਨਹੀਂ ਹੋਣੀ ਹੈਗੀ। ਜੀ ਸੰਸਾਰ ਹੀ ਧੀਆਂ ਕਰਕੇ ਆ ਜੀ, ਸੰਸਾਰ ਹੀ ਧੀਆਂ ਕਰਕੇ ਆ ਧੀਆਂ ਕਰਕੇ ਆ। ਜੀ। ਤੇ ਜਿੱਦਾਂ ਹੁਣ ਜਦੋਂ ਕੁੜੀ ਵਿਆਹ ਜਾਂਦੀ ਆ ਜਦੋਂ ਵਿਆਹ ਹੁੰਦਾ ਬੇਟੀ ਦਾ ਧੀ ਦਾ ਵਿਆਹ ਕਰਦੇ ਆ ਜਦੋਂ ਪਹਿਲੀ ਵਾਰੀ ਜਾਂਦੀ ਸਹੁਰਿਆਂ ਦੇ ਘਰ ਜੀ ਤੇ ਸਹੁਰਿਆਂ ਦੇ ਘਰ ਜਾਂਦੀ ਹੈ ਜੇ ਤਾਂ ਉਹਨਾਂ ਕੋਲ ਮੋਰੇ ਚੰਗੇ ਟੱਕਰ ਦੇ ਤਾਂ ਜਿੱਦਾਂ ਕਹਿੰਦੇ ਆ ਜੇ ਸਹੁਰਾ ਸੱਸ ਦੇ ਕੰਨ ਵਿੱਚ ਕਹਿ ਦੇਵੇ ਹੌਲੀ ਦੇਣੀ ਧਿਆਨ ਰੱਖੀ ਧਿਆਨ ਨਾਲ ਦੇਖੀ ਇਹ ਧੀ ਇਹ ਚਿਹਰਾ ਬਦਲ ਕੇ ਆਈ ਹੈ ਸਾਡੇ ਘਰ। ਸਹੀ ਆਹ, ਅਸਲੀ ਧੀ ਵੀ ਉਹੀ ਹੁੰਦੀ ਆ। ਇਹ ਚਿਹਰਾ ਬਦਲ ਕੇ ਆਈ ਆ ਇੰਨਾ ਖਿਆਲ ਰੱਖੀ ਇੰਨੀ ਸਮਝ ਰੱਖੀ ਵੀ ਇਹਨੂੰ ਏਦਾਂ ਨਾ ਕਹੀਂ ਇਹ ਸਾਡੀ ਧੀ ਆ। ਜੀ ਕੋਈ ਗੱਲ ਏਦਾਂ ਦੀ ਨਾ ਹੋਵੇ। ਜਿਹੜੇ ਸਮਝਦਾਰ ਆ ਉਹ ਤਾਂ ਕਈ ਕੁਛ ਕਰ ਲੈਂਦੇ ਸਹੀ ਗੱਲ। ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ। ਹਾਂ ਤਾਂ ਨਹੀਂ ਤਾਂ ਕਈ ਹੁਣ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾਜ ਦੀ ਖਾਤਰ ਜਾਂ ਜੋ ਵੀ ਹੁੰਦਾ ਅੱਜ ਕੱਲ ਬਹੁਤ ਕੁਝ ਹੁੰਦਾ ਜੀ, ਬਹੁਤ ਕੁਝ ਹੁੰਦਾ। ਹਾਂਜੀ। ਬਹੁਤ ਕੁਝ। ਬਹੁਤ ਕੁਛ ਥੈਂਕ ਯੂ ਆਸ਼ਾ ਜੀ। ਹੋਣੀਆਂ ਨਹੀਂ ਚਾਹੀਦੀਆਂ ਹਰ ਇੱਕ ਦੇ ਇਨਸਾਨ ਦੀ ਇੱਜ਼ਤ ਕਰਨੀ ਚਾਹੀਦੀ ਆ। ਬਿਲਕੁਲ ਜੀ, ਬਿਲਕੁਲ ਜੀ। ਗਰੀਬ ਦੀ ਹੋਵੇ ਜਿੱਦਾਂ ਮਰਜ਼ੀ ਹੋਵੇ ਧੀ ਹੁੰਦੀ ਹੈ। ਧੀ ਧੀ ਹੁੰਦੀ ਹੈ ਜੀ। ਹਾਂਜੀ ਹਾਂਜੀ ਧੀਆਂ ਸਾਰੀਆਂ ਦੀਆਂ ਸਾਂਝੀ ਹੁੰਦੀਆਂ ਆ ਧੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ। ਜੀ ਤੇ ਕਦੀ ਉਹਨਾਂ ਨੂੰ ਏਦਾਂ ਨਹੀਂ ਕਹਿਣਾ ਚਾਹੀਦਾ ਤੂੰ ਕਈ ਵਾਰੀ ਏਦਾਂ ਦੇ ਹਾਲਾਤ ਹੋ ਜਾਂਦੇ ਆ ਮਾਪੇ ਜੇ ਹੁਣ ਮਾਂ ਪਹਿਲਾਂ ਮਰ ਜਾਵੇ ਕਿਸੇ ਧੀ ਦੀ ਤਾਂ ਉਹਦਾ ਕੀ ਕਸੂਰ ਆ। ਹਾਂਜੀ ਓਹ ਹੋ ਲੋਕੀ ਕਹਿ ਦਿੰਦੇ ਜੇ ਸਹੁਰਿਆਂ ਦੇ ਘਰ ਜਾਏਂਗੇ ਤਾਂ ਮਾਂ ਨੂੰ ਖਾ ਕੇ ਸਾਨੂੰ ਖਾਣਾ। ਹਾਂਜੀ ਹਾਂਜੀ। ਸਹੀ ਏਦਾਂ ਦੀਆਂ ਗੱਲਾਂ ਵੀ ਆਪਾਂ ਸੁਣਦੇ ਆ। ਨਹੀਂ ਬਹੁਤ ਕੁਝ ਸੁਣਨਾ ਪੈਂਦਾ ਜੀ ਧੀ ਨੂੰ। ਧੀ ਬਹੁਤ ਕੁਝ ਸੁਣਨਾ ਪੈਂਦਾ। ਸੁਣ ਕੇ ਫਿਰ ਜਿਹੜਾ ਸਹਿਣਾ ਉਹਨੂੰ ਹਾਂਜੀ ਉਹ ਸਿਰਫ ਉਹ ਧੀ ਜਾਣਦੀ ਹੁੰਦੀ ਹੈ। ਧੀ ਜਾਣਦੀ ਉਹ ਧੀ ਜਾਣਦੀ ਆ। ਹਾਂਜੀ ਤੇ ਬਹੁਤ ਬਹੁਤ ਧੰਨਵਾਦ ਸਾਹਿਬ ਤੁਹਾਡਾ ਸਾਡੇ ਆਸ਼ਾ ਜੀ। ਟਾਈਮ ਦੇਣ ਦਾ ਤੇ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਧੀਆਂ ਤੇ ਤੁਸੀਂ ਲੈ ਕੇ ਆਏ ਆ ਜੀ ਤੇ ਮੈਨੂੰ ਜਿੱਦਾਂ ਦੇ ਵਿਚਾਰ ਚੰਗੇ ਲੱਗੇ ਮੈਂ ਪੇਸ਼ ਕਰ ਦਿੱਤੇ। ਬਹੁਤ ਬਹੁਤ ਨਹੀਂ ਜੀ ਬਹੁਤ- ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਨੇ ਆਸ਼ਾ ਜੀ। ਥੈਂਕ ਯੂ ਸਮਝਦਾਰ ਹੈ। ਤੁਹਾਨੂੰ ਪਿਆਰੀ ਪਿਆਰੀ ਜੈ ਗੁਰਦੇਵ। ਜੈ ਬਹੁਤ ਗੁਰੂ। ਬਹੁਤ ਧੰਨਵਾਦ ਜੀ। ਜੈ ਗੁਰਦੇਵ ਤੇ ਧੰਨ ਗੁਰਦੇਵ। ਇਹ ਸੀ ਸਾਡੇ ਆਸ਼ਾ ਮਲ ਜੀ ਜੋ ਬਹੁਤ ਕਿ ਸਿਆਣੇ ਹਮੇਸ਼ਾ ਹੀ ਬਹੁਤ ਵਧੀਆ ਵਿਚਾਰ ਦੇ ਕੇ ਜਾਂਦੇ ਆ, ਬਹੁਤ ਵਧੀਆ ਕਵਿਤਾਵਾਂ ਸੁਣਾ ਕੇ ਜਾਂਦੇ ਆ। ਸਾਡਾ ਜੋ ਵੀ ਟੌਪਿਕ ਹੁੰਦਾ ਉਸ ਟੌਪਿਕ ਦੇ ਮੁਤਾਬਿਕ ਜਾਣੀ ਕਿ ਬਹੁਤ ਸੋਹਣੀਆਂ ਜਾਣੀ ਕਿ ਚੀਜ਼ਾਂ ਸੁਣਾ ਕੇ ਜਾਂਦੇ ਨੇ। ਤੋ ਗੱਲ ਕਰ ਰਹੇ ਸੀਗੇ ਸਾਡੇ ਕੈਂ ਸਾਹਿਬ ਜੀ ਆਪਾਂ ਧੀਆਂ ਦੀ। ਹਾਂਜੀ ਹਾਂਜੀ ਤੇ ਜਿਹੜਾ ਆਪਣਾ ਧੀਆਂ ਦਾ ਟੌਪਿਕ ਹੈ ਤੇ ਦੇਖੋ ਧੀਆਂ ਜਿਸ ਤਰ੍ਹਾਂ ਚਲੋ ਕਈਆਂ ਨੂੰ ਤਾਂ ਵਿਚਾਰੀਆਂ ਨੂੰ ਇਹ ਸੰਸਾਰ ਦੇਖਣ ਦਾ ਜਾਣੀ ਕਿ ਮੌਕਾ ਹੀ ਨਹੀਂ ਮੌਕਾ ਮਿਲਦਾ ਨਹੀਂ ਮਿਲਦਾ। ਤੇ ਕੁਝ ਗਰੀਬ ਆ ਜਾਣੀ ਕਿ ਜਿਨ੍ਹਾਂ ਨੇ ਜਾਣੀ ਕਿ ਇਹ ਮਨ 'ਚ ਬਹੁਤ ਕੁਛ ਸੋਚਿਆ ਹੁੰਦਾ ਕਈ ਵਾਰੀ ਵੀ ਅਸੀਂ ਆਪਣੇ ਕਿਸੇ ਬੱਚੇ ਨੂੰ ਐਜੂਕੇਸ਼ਨ ਕਰਾਵਾਂਗੇ ਜਾਂ ਸੋਚਦੇ ਹੋਣਗੇ ਪਰ ਉਹ ਵਿਚਾਰੀਆਂ ਦੀ ਕਿਸਮਤ ਮਾੜੀ ਕਿਉਂਕਿ ਉਹਨਾਂ ਦੇ ਮਾਂ-ਬਾਪ ਜਿਹੜੇ ਚਾਹੁੰਦੇ ਤਾਂ ਬਹੁਤ ਕੁਝ ਹੁੰਦੇ ਆ ਗਰੀਬੀ ਪਰ ਉਹ ਉਹਨਾਂ ਦੀ ਜਿਹੜੀ ਗਰੀਬੀ ਹੈ ਖੁਦ ਲਈ ਰੋਟੀ ਤੇ ਉਹਨਾਂ ਕੋਲ ਮੁਰਕੀ ਦੇ ਵਾਸਤੇ ਜਾਣੀ ਕਿ ਜੇ ਨਾ ਧਨ ਦੌਲਤ ਹੋਵੇ ਤੇ ਉਹ ਕੀ ਕਰ ਸਕਦੇ ਆ। ਸੋ ਇਸ ਦੇ ਨਾਲ ਹੀ ਕਿ ਆਪਾਂ ਲਾਈਵ ਕੋਲ ਲੈਂਦੇ ਆ। ਹੈਲੋ ਜੀ। ਹਾਂਜੀ ਹੈਲੋ ਜੀ ਜੈ ਗੁਰਦੇਵ ਜੀ। ਜੈ ਗੁਰਦੇਵ ਧੰਨ ਗੁਰਦੇਵ। ਵਾਹ ਜੀ ਵਾਹ। ਮੈਨੂੰ ਲੱਗਦਾ ਉਹਨਾਂ ਵੀਰਾਂ ਨੂੰ ਛੋਟਿਆਂ ਨੂੰ ਤੇ ਜੈ ਗੁਰਦੇਵ ਜੀ। ਜੈ ਗੁਰਦੇਵ ਧੰਨ ਗੁਰਦੇਵ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਤੁਸੀਂ ਟੌਪਿਕ ਲੈ ਕੇ ਆਏ ਆ ਧੀਆਂ ਤੇ। ਜੀ ਜੀ ਪਹਿਲੀ ਗੱਲ ਤੇ ਇਦਾਂ ਹੈ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਮੈਂ ਜਾਣੀ ਕਿ ਮੇਰਾ ਦਿਲ ਜਾਣੀ ਕਿ ਧੋਖਾ ਨਾ ਖਾਂਦਾ ਹੋਵੇ ਤੇ ਮੇਰਾ ਗੱਲ ਕਿ ਸਾਡੇ ਭੈਣ ਜੀ ਸੱਤਿਆ ਮੈਮੀ ਜੀ ਲੱਗਦੇ ਨੇ। ਹਾਂਜੀ ਭਾਜੀ ਮੈਂ ਪਹਿਲੇ ਦੱਸਿਆ ਮੈਂ ਸੱਤਿਆ ਮੈਂ ਬੋਲਦੀ ਹਾਂ। ਅੱਛਾ ਜੀ ਮੈਂ ਨਹੀਂ ਖਿਆਲ ਕੀਤਾ। ਚਲੋ ਠੀਕ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਵੈਸੇ ਉਹਦਾ ਹੈਲਥ ਵਾਈਜ਼ ਠੀਕ ਹੋ ਤੁਸੀਂ? ਹਾਂ ਬਸ ਠੀਕ ਹੈ ਜਿਵੇਂ ਚਾਹੇ ਠੀਕ ਆ।
ਅੱਛਾ, ਮੈਂ ਕਿਹਾ ਕਾਫੀ ਸਮੇਂ ਤੋਂ ਆਵਾਜ਼ ਸੁਣਨ ਨੂੰ ਨਹੀਂ ਮਿਲੀ ਤੁਹਾਡੀ। ਹਾਂਜੀ, ਬਸ ਇੱਥੇ ਕਿਵੇਂ ਤੁਹਾਨੂੰ ਪਤਾ ਹੀ ਆ। ਚਲੋ ਰੱਬ ਰਾਜੀ ਰੱਖੇ ਜੀ ਤੁਹਾਨੂੰ। ਸੋ ਕੀ ਵਿਚਾਰ ਨੇ ਤੁਹਾਡੇ ਜੀ ਅੱਜ ਦੇ ਇਸ ਟੌਪਿਕ ਤੇ? ਬਸ ਜੀ ਸਾਡੇ ਦਾ ਵਿਚਾਰ ਇਹ ਆ, ਵਿਚਾਰੀਆਂ ਧੀਆਂ ਤਾਂ ਜੰਮਦੀਆਂ ਨੂੰ ਬਗਾਨਾ ਧਨ ਕਹਿ ਦਿੰਦੇ ਆ। ਹਾਂਜੀ ਹਾਂਜੀ ਬਿਲਕੁਲ ਜੀ। ਤੇ ਜਾਂ ਬੁੜੀਆਂ ਨੇ ਕਹਿਣਾ ਬਗਾਨਾ ਧਨ ਆ ਗਿਆ ਜੀ। ਹਮੇਸ਼ਾ ਜਿਹੜੀ ਕਿ ਆਮ ਇਹ ਸਾਡੀਆਂ ਬੁੜੀਆਂ ਦਾ ਕਹਿਣਾ ਆ ਕਿ ਜੀ ਸਾਡੇ ਘਰ ਤਾਂ ਆ ਗਿਆ ਜੀ, ਆ ਗਿਆ ਭੈਣੇ ਬਗਾਨਾ ਧਨ ਆਇਆ। ਨਾ ਉਹ ਤਾਂ ਕਿਉਂਕਿ ਜੰਮਦੀਆਂ ਨੂੰ ਹੀ ਵਿਚਾਰੀਆਂ ਨੂੰ ਬਗਾਨੀਆਂ ਕਿਹਾ ਜਾਂਦਾ ਆ ਜੀ। ਜੇ ਸਹੁਰੇ ਘਰ ਜਾਂਦੀਆਂ ਤੇ ਉੱਥੇ ਦੇ ਲੋਕ ਉਹ ਵੀ ਕਹਿੰਦੇ ਆ ਕਿ ਬਗਾਨੇ ਕਰਵਾਈ ਆ। ਜੀ ਜੀ ਜੀ, ਸਹੀ ਗੱਲ ਹੈ ਜੀ। ਉਹਨੂੰ ਕਦੀ ਵੀ ਆਪਣਾ ਕੋਈ ਚੰਗਾ ਉਹ ਕਰਮ ਵਾਲਾ ਘਰ ਹੋਵੇ ਜਿੱਥੇ ਕੋ ਕਹਿੰਦਾ ਕੋਈ ਸਾਡੀ ਧੀ ਆਈ ਆ। ਹਾਂ ਜੀ, ਉਹ ਜਿਸ ਤਰ੍ਹਾਂ ਸਾਡੇ ਮੈਂ ਪਹਿਲੇ ਬੋਲ ਕੇ ਗਿਆ ਸੀ, ਸਾਡੇ ਗੁਰਦਾਸ ਮਾਨ ਜੀ ਕਹਿੰਦੇ ਸੀਗੇ ਹਾਂਜੀ ਵੀ ਜਿਹੜੇ ਮਾਪੇ ਉਹ ਤਾਂ ਪਰਾਈ ਧੀ ਕਹਿੰਦੇ ਆ ਜੀ। ਹਾਂਜੀ, ਤੇ ਜਿਹੜੇ ਸਹੁਰੇ ਆ ਉਹ ਬੇਗਾਨੀ ਕਹਿੰਦੇ। ਕਹਿੰਦੇ ਉਹ ਹਾਂਜੀ, ਉਹ ਪਰਾਈ ਜਾਈ ਕਹਿੰਦੇ ਆ। ਹਾਂਜੀ ਹਾਂਜੀ। ਬਗਾਨੀ ਜਾਈ ਧੀ ਨੂੰ ਕਿਸੇ ਵਾਰ ਸਾਹ ਨਹੀਂ ਰੋਕ। ਜਿੰਨੀਆਂ ਧੀਆਂ ਦੁੱਖ ਸਹਿੰਦੀਆਂ ਆ, ਨਾ ਤਾਂ ਮਾਪਿਆਂ ਦੀ ਗੱਲ ਸਹੁਰੇ ਜਾ ਕੇ ਕਰਦੀਆਂ, ਨਾ ਸਹੁਰੇ ਦੀ ਮਾਪੇ ਦੀ ਕਰਦੀਆਂ। ਵਾਹ ਜੀ ਵਾਹ। ਕਿਉਂਕਿ ਉਹ ਇੰਨੇ ਦੁੱਖ ਸਹਿੰਦੀਆਂ ਨਾ, ਮੈਂ ਕਿਹਾ ਜਿੰਨੀ ਸ਼ਕਤੀ ਪਰਮਾਤਮਾ ਨੇ ਧੀਆਂ ਨੂੰ ਦਿੱਤੀ ਆ ਜੀ, ਉਹਨੇ ਜੀ ਹਰ ਇੱਕ ਨੂੰ ਦੇ ਦੇਵੇ ਤੇ ਕਿੰਨੀ ਚੰਗੀ ਗੱਲ ਆ। ਬਿਲਕੁਲ ਜੀ ਬਿਲਕੁਲ। ਜ਼ਰੂਰੀ ਕਿ ਹੁਣ ਤੁਸੀਂ ਸਾਰੇ ਹੀ ਜਿੰਨੇ ਸਾਡੇ ਸਰੋਤੇ ਆ ਇਹਨਾਂ ਚੀਜ਼ਾਂ ਨੂੰ ਬੰਦ ਕਰੋ, ਇਹਨਾਂ ਨੂੰ ਆਪਣੀਆਂ ਧੀਆਂ ਬਣਾ ਕੇ ਆਪਣੀਆਂ ਧੀਆਂ ਤੋਂ ਵੱਧ ਕੇ ਪਿਆਰ ਕਰੋ। ਬਿਲਕੁਲ ਜੀ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ। ਤੇ ਜੇਕਰ ਇਹ ਚੀਜ਼ਾਂ ਹੋਣ ਲੱਗ ਪੈਣ ਤਾਂ ਸਾਡੀ ਦੁਨੀਆ ਵਿੱਚ ਖਾਸ-ਦਾਜ ਦੀਆਂ ਲੜਾਈਆਂ ਜਾਂ ਹੋਰ ਝਗੜੇ ਸਾਰੇ ਖਤਮ ਹੋ ਸਕਦੇ ਆ। ਕਹਿੰਦੇ ਕਿ ਦੇਖੋ ਇਹ ਜਿਹੜੇ ਧੀਆਂ ਆ ਉਹਨੀ ਜਨਮ ਤੇ ਕਿਹੜੀ ਚੀਜ਼ਾਂ ਜਨਮ ਦਿੱਤਾ, ਵੱਡੇ ਮਹਾਂਪੁਰਸ਼ਾਂ ਨੂੰ ਜਨਮ ਦਿੱਤੇ ਆ। ਦਿੰਦਾ, ਪਾਲਦਾ, ਪਲੋਸਦਾ, ਪੜਾਉਂਦਾ, ਸਾਰਾ ਕੁਝ ਸਿਖਾਉਂਦਾ ਆ। ਤੇ ਇਸ ਤੋਂ ਵੱਡੀ ਜਿਹੜੀ ਵਿੱਦਿਆ ਦੇ ਦੇਣੀ ਬੱਚੇ ਨੂੰ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਬਿਲਕੁਲ ਜੀ ਬਿਲਕੁਲ। ਤੇ ਮੈਂ ਤਾਂ ਹਰ ਇੱਕ ਨੂੰ ਕਹਿੰਦੀ ਹਾਂ ਕਿ ਹਰ ਇੱਕ ਦੇ ਘਰ ਜ਼ਰੂਰ ਇੱਕ ਧੀ ਹੋਣੀ ਜ਼ਰੂਰੀ ਚਾਹੀਦੀ ਆ। ਧੀਆਂ ਧਿਰਾਂ ਹਨ ਤੇ ਧੀਆਂ ਇੰਨਾ ਸੋਚਦੀਆਂ ਨੇ ਮਾਂ ਪਿਓ ਦਾ ਨਾ। ਬਿਲਕੁਲ ਜੀ। ਸਹੁਰੇ ਵੀ ਚਲੇ ਜਾਣ ਤਾਂ ਵੀ ਟੈਲੀਫੋਨ ਕਰ ਪੁੱਛਣਾ, ਮਾਤਾ ਜੀ ਤੁਸੀਂ ਰੋਟੀ ਖਾ ਲਈ ਤੇ ਤੁਸੀਂ ਸਹੀ ਗੱਲ ਹੈ, ਦਵਾ ਖਾ ਲਈ। ਜਿਹਦੇ ਘਰ ਧੀ ਉਹਨੂੰ ਅਕਲ ਵੀ ਘੱਟ ਨਹੀਂ, ਇਹ ਚੀਜ਼ ਦੀ ਘੱਟ ਆ। ਹਾਂਜੀ ਹਾਂਜੀ, ਇਹ ਰਹੇਗੀ ਧੀ ਹਰੇਕ ਘਰ ਹੋਣੀ ਚਾਹੀਦੀ, ਅਕਲ ਰਹਿੰਦੀ ਹੈ। ਇੱਕ ਧੀ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ। ਹਾਂਜੀ, ਰੱਬ ਪੁੱਤ ਵੀ ਦੇਵੇ ਤੇ ਧੀ ਬਹੁਤ ਜ਼ਰੂਰੀ ਆ। ਬਿਲਕੁਲ ਜੀ ਬਿਲਕੁਲ। ਥੈਂਕ ਯੂ ਜੀ। ਬਾਕੀ ਵੀਰ ਜੀ ਤੁਹਾਡਾ ਪ੍ਰੋਗਰਾਮ ਸੋਹਣਾ ਜਾ ਰਿਹਾ ਹੈ, ਭੈਣਾਂ ਦਾ ਬਹੁਤ ਸੋਹਣੇ ਟੌਪਿਕ ਲੈ ਕੇ ਆ ਰਹੀਆਂ ਆ। ਥੈਂਕ ਯੂ ਜੀ। ਤੇ ਜੈ ਗੁਰਦੇਵ ਤੇ ਧੰਨਵਾਦ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਬੀਬੀ ਸੱਤਿਆ ਜੀ। ਬਹੁਤ ਦੇਰ ਬਾਅਦ ਕੀਤਾ, ਕਾਫੀ ਦੇਰ ਬਾਅਦ ਹਾਂਜੀ ਉਹਨਾਂ ਨੂੰ ਫੋਨ ਕੀਤਾ। ਕੁਝ ਚਲੋ ਸਿਹਤ ਵਜੋਂ ਵੀ ਮੇਰਾ ਖਿਆਲ ਕੁਝ ਠੀਕ ਨਹੀਂ ਸਨ। ਸੋ ਬਹੁਤ ਬਹੁਤ ਧੰਨਵਾਦ ਹੈ, ਰੱਬ ਇਹਨਾਂ ਨੂੰ ਰਾਜੀ ਰੱਖੇ। ਤੋ ਗੱਲ ਆਪਾਂ ਫਿਰ ਅੱਜ ਕਰ ਰਹੇ ਸੀਗੇ ਧੀਆਂ ਦੀ। ਸੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਕਿ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਆਪਣੇ ਵਿਚਾਰ ਪ੍ਰੋਗਰਾਮ ਵਿੱਚ, ਉਹ ਹੈ ਧੀਆਂ। ਸੋ ਸਾਡਾ ਜੋ ਸਟੂਡੀਓ ਦਾ ਨੰਬਰ ਹੈ ਉਹ ਤੁਹਾਡੇ ਸਾਹਮਣੇ ਸਕਰੀਨ 'ਤੇ ਆ ਰਿਹਾ ਹੈ। ਜ਼ਰੂਰ ਚੱਕੋ ਫੋਨ, ਘੁਮਾ ਦਿਓ ਨੰਬਰ, ਆ ਜਾਓ ਕਾਂਚੀ TV ਦੇ ਵਿਹੜੇ ਅੰਦਰ। ਸਾਡਾ ਨੰਬਰ ਹੈ 0121502430। ਸੋ ਅੱਜ ਦਾ ਜੋ ਟੌਪਿਕ ਹੈ ਉਹ ਹੈ ਧੀਆਂ, ਤੇ ਧੀਆਂ 'ਤੇ ਅਸੀਂ ਵਿਚਾਰ ਕਰ ਰਹੇ ਹਾਂ ਅੱਜ। ਸੋ ਕੈਂ ਸਾਹਿਬ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਧੀਆਂ ਦੀ, ਅੱਛਾ ਤੁਸੀਂ ਕੀ ਕਹੋਗੇ ਜੀ? ਆਪਾਂ ਦੇਖ ਲਏ ਵੀ ਧੀਆਂ ਦੇ ਆਪਣੇ ਪਹਿਲਾਂ ਤਾਂ ਜਿੰਨੇ ਵੀ ਬੁਲਾਰੇ ਆ ਸਾਰੇ ਸਮਝ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ। ਔਰ ਜਿਹੜੇ ਧੀ ਤੋਂ ਬਗੈਰ ਜਿਹੜੇ ਕੋਈ ਸੰਸਾਰ ਪਹਿਲਾਂ ਚੱਲ ਨਹੀਂ ਸਕਦਾ ਜੀ। ਪਹਿਲਾਂ ਬੱਚੀ ਹੁੰਦੀ ਆ, ਦੇਖੋ ਵੀ ਛੋਟੀ ਹੁੰਦੀ ਆ, ਜਨਮ ਦਿੰਦੇ ਆ। ਜਿਹੜੇ ਧੋਖਾ ਕਰਨ ਵਾਲੇ ਲੋਕ ਕਰੀ ਜਾਣਾ, ਲੋਕਾਂ ਦਾ ਹੱਟਣਾ ਲੈ ਨਹੀਂਗਾ। ਪਰ ਜੇ ਧੀ ਦਾ ਤੁਸੀਂ ਕਦੀ ਦੇ ਨਹੀਂ ਸਕਦੇ। ਠੀਕ ਹੈ ਜੀ। ਧੀ ਛੋਟੀ ਹੁੰਦੀ ਹੈ, ਆਪਾਂ ਪੜ੍ਹਾਉਂਦੇ ਬਾਅਦ ਜੇ ਆਪਾਂ ਨੂੰ ਕੋਸ਼ਿਸ਼ ਕਰਦੇ ਵੀ ਜੇ ਕੋਈ ਚੰਗਾ ਹੈਗਾ ਬੱਚੇ ਪੜ੍ਹਾ ਕੇ ਗਰੀਬੀ ਵਾਸਤੇ ਥੋੜ੍ਹਾ ਔਖਾ, ਗਰੀਬ ਦੇ ਵਿੱਚ। ਇੱਕ ਆਪਾਂ ਲਾਈਵ ਕੋਲ ਲਈਏ ਜੀ। ਹੈਲੋ ਜੀ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਬੋਲਦੇ ਹੋ ਜੀ? ਮੈਂ ਜੋਗਿੰਦਰ ਕੌਰ ਬੋਲ ਰਹੀ ਹਾਂ। ਜੋਗਿੰਦਰ ਕੌਰ ਜੀ, ਠੀਕ ਹੈ। ਕਿੱਥੋਂ ਬੋਲਦੇ ਜੀ? ਹਾਂਜੀ, ਮੈਂ ਐਡੀਟਨ ਤੋਂ ਬੋਲ ਰਹੀ ਹਾਂ ਜੀ। ਠੀਕ ਜੋਗਿੰਦਰ ਕੌਰ ਜੀ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ। ਥੈਂਕ ਯੂ ਵੈਰੀ ਮਚ ਜੀ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਸੀ ਤੁਹਾਡੇ ਟੌਪਿਕ ਤੇ, ਹਨਾ, ਜਿਹੜੇ ਕੋਈ ਧੀਆਂ ਨੂੰ ਸਮਝੇ ਫੇਰ ਆ। ਹਾਂਜੀ, ਸਹੀ ਗੱਲ ਹੈ ਜੀ। ਹਨਾ, ਜੇ ਧੀਆਂ ਨੂੰ ਤੁਸੀਂ ਏਦਾਂ ਖਰਾਬ ਕਰਦੇ ਆ, ਉਹ ਤਾਂ ਕੋਈ ਚੰਗੀ ਗੱਲ ਨਹੀਂ ਹੈਗੀ। ਬਿਲਕੁਲ ਸਹੀ ਗੱਲ ਜੀ, ਬਿਲਕੁਲ ਸਹੀ ਗੱਲ ਹਨਾ। ਪਰ ਮੈਂ ਤੁਹਾਨੂੰ ਹਮੇਸ਼ਾ ਦੇਖਦੀ ਨਹੀਂ ਤੁਹਾਡੇ ਪ੍ਰੋਗਰਾਮ ਤੇ, ਤੁਸੀਂ ਬਹੁਤ ਦੋਨੇ ਨਾਈਸ ਕਾਫੀ ਗੱਲ ਸੋਹਣੇ ਕਰਦੇ ਆ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਥੇ ਆਉਂਦੇ ਰਿਹਾ Thank you ਕਰੋ। ਠੀਕ ਹੈ ਜੀ। ਹੋਰ ਆਪਾਂ ਤੈਨੂੰ ਪਤਾ ਧੀਆਂ ਨੂੰ ਦੇਖੋ ਕਿ ਧੀਆਂ ਨੂੰ ਕਿੰਨੇ ਕਿੰਨੇ ਮਹਾਂਪੁਰਸ਼ਾਂ ਨੂੰ ਜਨਮ ਦਿੰਦੇ ਆ ਜੀ। ਪ੍ਰਾਈਮ ਮਿਨਿਸਟਰ ਨੂੰ ਜਨਮ ਦਿੰਦੇ ਆ, ਜਿਵੇਂ ਸੰਤ ਮਾਤਾ ਨੂੰ, ਗੁਰੂਆਂ ਨੂੰ, ਜਾਂ ਧੀਆਂ ਤੋਂ ਬਗੈਰ ਜੇ ਧੀਆਂ ਨਾ ਹੋਣ ਤਾਂ ਸੰਸਾਰ ਨਹੀਂ ਹੋਣ। ਦੇਖੋ ਜੀ ਆਪਣੇ ਸੰਸਾਰ ਨਹੀਂ ਚੱਲਦਾ ਧੀਆਂ ਤੋਂ ਬਗੈਰ ਤਾਂ। ਹੰਸਰਾਜ ਭਾਈ ਹੁਣੀ ਇੱਕ ਗੀਤ ਗਾਇਆ ਸੀ, ਉਹਨਾਂ ਨੇ ਕਿਹਾ ਸੀ ਨਾ ਮਾਰੋ ਧੀਆਂ ਨੂੰ, ਹੈ ਨਾ, ਲੋਕੋ ਨਾ ਇਹ ਕਹਿਰ ਗੁਜ਼ਾਰੋ ਉਹ ਧੀਆਂ ਕੁੱਖ ਦੇ ਵਿੱਚ ਨਾ ਮਾਰੋ, ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ। ਬਣਾਉਂਦੇ ਸਹੀ ਗੱਲ ਹੈ। ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ। ਬਣਾਉਂਦੇ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ। ਤਾਂ ਇਸ ਦੇ ਨਾਲ ਇੱਕ ਲਾਈਕ ਹੋ ਲੈਂਦੇ ਆ। ਹੈਲੋ ਜੀ। ਸਹੀ ਹੈ ਜੀ। ਹਾਂਜੀ ਮੈਂ ਪਿਆਲਾ ਪਕੜ ਬੋਲ ਹਾਂ ਵਾਹ ਜੀ ਵਾਹ ਜੀ ਵਾਹ ਜੀ ਸਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਔਰ ਤੁਸੀਂ ਜਿਹੜਾ ਅੱਜ ਪ੍ਰੋਗਰਾਮ ਲਿਆ, ਜਿਹੜਾ ਸਬਜੈਕਟ ਲਿਆਂਦਾ ਧੀਆਂ ਦਾ, ਮੇਰਾ ਖਿਆਲ ਹੈ ਮੋਮੀ ਸਾਹਿਬ ਤੁਹਾਡੇ ਨਾਲ ਹੈਲਪ ਕਰ ਰਹੇ ਆ। ਮੋਮੀ ਸਾਹਿਬ ਜੀ ਬਹੁਤ ਦੇਖੋ ਜੀ ਸਾਡੇ ਮਾਸਟਰ ਮਾਈਂਡ ਹੀ ਇਹ ਨੇ ਮੋਮੀ ਸਾਹਿਬ। ਮੋਮੀ ਸਾਹਿਬ ਆ। ਕੀ ਬਾਤ ਹੈ, ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਜਿੰਨਾ ਸਾਡੇ ਸਮਾਜ ਦੇ ਵਿੱਚ ਧੀਆਂ ਨਾਲ ਵਿਤਕਰਾ ਹੋ ਰਿਹਾ ਨਾ ਜੀ, ਮੈਂ ਜਿੰਨੀਆਂ ਕਵਿਤਾਵਾਂ ਲਿਖੀਆਂ ਮੈਂ ਦੱਸ ਨਹੀਂ ਸਕਦਾ। ਮੈਨੂੰ ਬਹੁਤ ਹੀ ਇਸ ਗੱਲ ਦਾ ਰੰਜਿਤ ਰਹਿੰਦਾ ਆਪਣੇ ਸਮਾਜ ਨਾਲ ਕਿ ਆਪਣੀਆਂ ਧੀਆਂ ਨੂੰ ਅਸੀਂ ਅਨਵਾਂਟਡ ਕਿਉਂ ਸਮਝਦੇ ਹਾਂ, ਬੋਝ ਕਿਉਂ ਸਮਝਦੇ ਹਾਂ, ਧੀਆਂ ਸਾਨੂੰ ਬਗਾਨਾ ਕਿਉਂ ਕਹਿੰਦੇ ਹਾਂ। ਧੀਆਂ ਵੀ ਉਸੇ ਪੇਟ ਤੋਂ ਪੈਦਾ ਹੋਈਆਂ ਜਿੱਥੋਂ ਕਿ ਪੁੱਤ ਹੁੰਦਾ ਹੈ। ਪੁੱਤ ਹੁੰਦਾ ਹੁਣ ਤਾਂ ਪੁੱਤ ਕਿੱਥੋਂ ਆਉਣਗੇ, ਕਿੱਥੋਂ ਆਉਣਗੇ? ਸਹੀ ਗੱਲ ਹੈ ਜੀ। ਮੈਂ ਇੰਨੀਆਂ ਕਵਿਤਾਵਾਂ ਲਿਖੀਆਂ, ਇੱਕ ਕਵਿਤਾ ਤੁਹਾਨੂੰ ਸਾਂਝੀ ਕਰਨੀ ਚਾਹਾਂ ਕਿ ਤੁਹਾਡਾ ਪ੍ਰੋਗਰਾਮ ਬਹੁਤ ਹੀ ਇੰਪੋਰਟੈਂਟ ਵਾ। ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਧੀਆਂ ਦੇ ਜਿਹੜਾ ਤੁਸੀਂ ਪ੍ਰੋਗਰਾਮ ਲਿਆਂਦਾ ਜੀ। ਮੇਰੀਆਂ ਕੁਛ ਲੈਣਾ ਇਸ ਤਰ੍ਹਾਂ ਦੀਆਂ ਜੀ। ਇੱਕ ਇਹ ਵਕਤ ਦਾ ਕਹਿਰ ਕੀ, ਇਹਦਾ ਹੈਡਿੰਗ ਵੀ ਇਹੀ ਹੈ ਕਿ ਵਕਤ ਦਾ ਕਹਿਰ ਕਿਤਾਬ ਦੇ ਵਿੱਚ ਆ, ਉਹ ਮੈਂ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ ਮੇਰੇ ਦੋਸਤੋ। ਜੀ ਜੀ। ਕਿ ਕਿਉਂ ਖਾ ਰਿਹਾ ਹੈ ਮੌਸਮ, ਕਿਉਂ ਨਿਕਲ ਰਿਹਾ ਹੈ ਅਜ਼ਲੋਂ ਸਮਾਂ, ਉਹ ਕੀ ਖਦਾਮੀ ਹੋਈ ਵਕਤ ਦੇ ਕਹਿਰ ਦੀ। ਵਾਹ ਜੀ ਵਾਹ। ਭੁੱਖਾਂ ਅੰਦਰ ਕਿਉਂ ਜੰਮਣ ਤੋਂ ਪਹਿਲੋਂ ਮਰਨ ਦੀਆਂ। ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਉਸ ਧੀ ਨੂੰ ਮਾਰ ਦਿੰਦੇ ਆ ਜਿਸ ਤੋਂ ਕਿ ਰਾਜੇ ਮਹਾਰਾਜੇ ਪੈਦਾ ਹੋਏ ਆ। ਔਰ ਸਾਡਾ ਸਮਾਜ ਇੰਨਾ ਕਹਿਣਾ ਅੱਖਾਂ ਮੀਟ ਕੇ ਗਲਤ ਜਾ ਰਿਹਾ। ਇਹਨਾਂ ਨੂੰ ਜਦ ਤੇ ਅਕਲ ਨਹੀਂ ਕਰਨਗੇ, ਇਹ ਕਿਤੇ ਐਸਾ ਨਾ ਹੋਵੇ ਸਮਾਜ ਹੀ ਖਤਮ ਕਰ ਦੇਣ, ਦੇਸ਼ ਹੀ ਖਤਮ ਕਰ ਲੈਣ। तो लिखा है कि कुदरत का अपना निजाम है मेरे दोस्तों जी, कि हर एक चीज ਉਹਦੇ ਕਰ ਸਾਮ ਤਾਮ ਹੈ, ਮਤਲਬ ਬਰਾਬਰ ਆ ਮਾਰਕ ਦੇ ਕਰ जी जी 50% ਹਰ ਇੱਕ ਚੀਜ਼ ਉਹ ਕਰਦਾ ਆ। ਕੁਦਰਤ ਬਣੋ ਆਏਗਾ जी ਜੀ। ਸਾਡੇ ਹੀ ਦੇਸ਼ ਦਾ ਮੈਂ ਇੱਕ ਵੱਡੀ ਕਵਿਤਾ ਲਿਖੀ ਹੋਈ ਕਿ ਪੰਜਾਬ ਵਿੱਚ 700 ਬੇਟੀਆਂ ਰਹਿਣ ਦਿੰਦੇ, 300 ਮਾਰੀ ਦਿੰਦੇ 1000 ਮਗਰ। ਸਹੀ ਗੱਲ जी जी ਇਹ ਸਦਮ ਨਹੀਂ ਕਰ जी। ਇਹ ਕੁਦਰਤ ਦਾ ਆਪਣਾ ਨਿਜ਼ਾਮ ਹੈ ਕਿ ਹਰ ਇੱਕ ਚੀਜ਼ ਉਹਦੇ ਕਰ ਸਾਮ ਤਾਮ ਹੈ। जी जी ਜਿਸ ਵੇਲੇ ਸੁਬਾਹ ਆਈਏ ਤਾਂ ਲੈਂਦੇ ਵੇਲੇ ਸਿਰ ਹੋਣੀ ਸ਼ਾਮ ਨੂੰ ਸ਼ਾਮ ਹੈ। वाह जी वाह, वाह जी। ਸਵੇਰ ਨੂੰ ਸਵੇਰਾ ਆਉਂਦਾ, ਰਾਤ ਨੂੰ ਵੀ ਸ਼ਾਮ ਵੀ ਤਾਂ ਆਉਂਦੀ ਕਿ ਨਹੀਂ। हाँ जी हाँ जी ਕਿਉਂਕਿ ਕੁਦਰਤ ਇਹ ਆ। ਸੋ ਸੁਣਨੀ ਮੇਰੀ ਕਵਿਤਾ, ਮੈਂ ਹੁਣ ਬੋਲਣਾ ਕਵਿਤਾ ਹੀ ਬੋਲਣੀ ਆ ਜੀ जी जी ਕਿ ਕੁਦਰਤ ਦਾ ਆਪਣਾ ਨਿਜ਼ਾਮ ਹੈ ਕਿ ਹਰ ਇੱਕ ਚੀਜ਼ ਉਹਦੇ ਕਰ ਸਾਮ ਦਾਮ ਹੈ। ਜੇ ਸਵੇਰੇ ਸੁਬਾਹ ਆਈ ਹੈ ਤਾਂ ਲੈਂਦੇ ਵੇਲੇ ਪੱਖ ਸਿਰ ਹੋਣੀ ਸ਼ਾਮ ਹੈ। वाह जी वाह ਸਦਾ ਨਹੀਂ ਰਹਿੰਦੇ ਲਿਪਟ ਕੇ। जी ਸੁਣਨੀ ਮੇਰੀ ਬਾਤ ਜੀ ਜੀ। ਦੁੱਖ ਵੀ ਸਦਾ ਨਹੀਂ ਰਹਿੰਦੇ ਲਿਪਟ ਕੇ, ਤੇ ਸੁੱਖਾਂ ਦੀਆਂ ਟੁਕੀਆਂ ਨਾ ਰਹਿਣ ਹਮੇਸ਼ਾ ਮੌਜ ਮਸਤੀਆਂ। आहा ਕੀ ਖਨਾਮੀ ਹੋਈ ਵਕਤ ਦੇ ਕਹਿਰ ਦੀ, वाह जी ਭੁੱਖਾਂ ਤੇ ਕਿਉਂ ਜੰਮਣ ਤੋਂ ਪਹਿਲੋਂ ਮਰਦੀਆਂ। ਲਿਖਿਆ वाह ਹੈ जी ਦੁਨੀਆ ਵਾਲਿਓ, हाँ ਜੇ ਲੜਕੀਆਂ ਨਾ ਰਹੀਆਂ ਕਿਸੇ ਘਰ ਤਾਂ ਕਿੰਜ ਗ੍ਰਸਤੀ ਜੀਵਨ ਦੀ ਚੱਲੇਗੀ ਡਗਰ। ਹਾਂਜੀ ਦੁਨੀਆ ਵਾਲਿਓ जी ਜੇ ਲੜਕੀਆਂ ਨਾ ਰਹੀਆਂ ਕਿਸੇ ਘਰ ਤਾਂ ਕਿੰਜ ਗ੍ਰਸਤੀ ਜੀਵਨ ਦੀ ਚੱਲੇਗੀ ਡਗਰ। ਕਿਸ ਤਰ੍ਹਾਂ ਉਹ ਸੋਚੋ ਕਿੱਥੇ ਪੁੱਤਰ ਵਿਆਹਾਂਗੇ ਜੇ ਧੀਆਂ ਨਾ ਜਾਂ ਜੱਗ ਤੇ ਕਿਧਰੇ। वाह जी वाह ਤੇ ਨੂੰਹਾਂ ਕਿਹੜੇ ਜਹਾਨੋਂ ਲਿਆਵਾਂਗੇ। आवांगे वाह जी वाह ਥੈਂਕ ਯੂ ਸਰ। ਕਿ ਨੂੰਹਾਂ ਕਿਹੜੇ ਜਹਾਨੋਂ ਲਿਆਵਾਂਗੇ, ਪੁੱਤ ਹੋ ਹੱਡੀਆਂ ਤੋਂ ਨਹੀਂ ਮਿਲਣੇ। वाह जी वाह ਜਣੀਆਂ ਮਾਵਾਂ ਨੇ ਜੇ ਨਾ ਸੋਹਣੀਆਂ ਬੇਟੀਆਂ, ਸਭੀ ਖਨਾਮੀ ਹੋਈ ਵਕਤ ਦੇ ਕਹਿਰ ਦੀ। वाह जी वाह ਕੀ ਖਨਾਮੀ ਹੋਈ ਵਕਤ ਦੇ ਕਹਿਰ ਦੀ, ਕਿਉਂ ਕੁੱਖਾਂ ਅੰਦਰ ਜੰਮਣ ਤੋਂ ਪਹਿਲੋਂ ਮਰਦੀਆਂ। आहा ਲਿਖਿਆ ਹੈ ਕਿ ਕੁਦਰਤ ਸਜਾਇਆ ਖੇਲ
संसार उत्पत्ति है नर नारी का मेल। वाह जी वाह। ये है एक कुदरत आया खेल कि संसार उत्पत्ति है नर नारी का मेल। बिन तार न तुम्बा बज जाए, बिन नार न जीवन जा जाए। वाह जी वाह। बहुत मैंने पता कलाकार वा साथ भी बजाते हैं, गीत भी गाते हैं, तो सानू शब्द कितने अच्छे लगे आ कि बिन तार न तुम्बा बज जाए, बिन नार न जीवन जा जाए। ताल है बस सवेल। ओ यार संगम की गल करिए, मोड़ बैठन ज्यों सखियां त्रिजनी तियां, सब क्यों खनामी हुई वक्त कह दी, मरदियां भुखा अंदर क्यों जमन तो पहलों तियां, जमन तो पहलों तियां। लास्ट लेना मेरे दोस्तों ख्याल ना सुनिया जी कह रही है कलमा की होएगा। मेरे दोस्तों ख्याल ना सुनना की होएगा जे समय सिर होश आई ना, जग ने सोच बदलाई ना। की होएगा जे समय सिर होश आई ना ते जग ने सोच बदलाई ना, कि जागदे सुते जान जगावांगे। सुते तो आप जगा सकते पर जागा जगाउण जेडे जागे हुए अखा कर गईयां, पर ये सच्ची जागदे आ वाले है। की होएगा कि समय से होश आई ना, जग सोच बदलाई ना, कि जागदे सुते जान जगावांगे। और गहरी नींद जे मदहोशी नींद बदलाई ना तो उजड़ जावांगे। जीरा अंदाज प्यारे इल्म दस के जो कर रहे है बर्बादी। जीरा अंदाज फना तरसदियां केड़ी होकलवा जे सानू फनाश कर गई, खत्म कर गई, कि दुनिया मारी जान गया। ते एदा मतलब कि असी फना हो जाना खुदा, तबाह हो जाना खुदा। सो की होएगा जे समय सिर होश आई ना, जग सोच बदलाई ना, कि जागदियां नूं सुते जान जगावांगे। गहरी नींद जो मदहोशी नींद बदलाई ना तो उजड़ जावांगे। ओ इल्म दस के जो कर रहा है बर्बादी, जीरा अंदाज सुना तरादियां, और की खनामी होई वक्त दे कह दी। मरदियां क्यों भुखा अंदर जमन तो पहलों तियां, क्यों खा रहा मातम, क्यों निगलिया अजलों समा, अजलों समा। वाह जी वाह, वाह जी वाह वाह। बहुत बहुत थानू मैं बधाई दिना आ इहो जिहा वधिया प्रोग्राम लियाउण ते। परमात्मा थानू राजी रखे। तुसीं आओ इदां दे प्रोग्राम लैके, असीं तुहाडे नाल साथ जरूर पावांगे। बहुत बहुत मेहरबानी सर जी तुहाडा, बहुत बहुत धन्नवाद है जी। तो लो जी, अज जो मैं हंसराज की गल सुनान लगा सी गीत, वो तो चलो साडे इन्हों ने पूरा निचोड़ कट के दस दिता। साडे प्यारा लाल बंगर जी साडे सर जी सो बहुत सूझवान इंसान ने, बहुत बहुत धन्नवाद है। गल अज चल रही है धीआं दी। सो जो साडा टॉपिक है जरूर फोन चुको तो कमाओ नंबर, तो आप अज सांझ पाने इस टॉपिक के। सो जिस तरह गल धीआं दी चल रही है, देखो जी चलो बच्चियां सी, बच्चियां तो जवान ला लो, जिसला धीआं जवान होंदियां, मापे हर एक धी की कोई ब्याह शादी जो करते हैं हमेशा कोई चंगा समझ के ही करते हैं जी। पर गल आ जाती कई बारी लेखां की, जां कोई कह दिंदा भी उहदी किस्मत इदां दी सी, जां लेख उहदे इदां दे सी। पर कई बारी प्यारे इदां कि जिहड़ी किस्मत आ बनाउणी भी पैंदी है, लिखी नहीं हुंदी। चलो गल कर रहे धीआं जवान अपने घर चल जांदियां। कुछ धीआं वो भी हैं जिहड़ियां कि अपनियां महलां चमारियां दे विच राणियां महाराणियां वांग आराम भी करदियां। पर कुछ बेचारियां धीआं वो भी हैं जो ब्याह हो के भी। चलो एक लाइव को लिए जी। हेलो जी। हेलो जी, प्यार भरी जय गुरुदेव, जय भीम जी। जय गुरुदेव, जय भीम। कौन बोलते जी? मैं जी विद्या जखू बोल रही हूँ। वाह जी वाह, विद्या जखू जी तुहाडा बहुत बहुत धन्नवाद जी। जी आए ਵੀਰ ਜੀ ਆਪਣੇ ਮੈਂ ਦੋਨਾਂ ਨੂੰ ਕਹਿੰਦੀ ਆ ਕਿ ਟੌਪਿਕ ਬਹੁਤ ਵਧੀਆ ਲੈ ਕੇ ਆਏ ਆ। ਹਾਂਜੀ ਹਾਂਜੀ, ਧੀ ਤੇ ਰੱਖਿਆ ਹੈ ਟੌਪਿਕ ਜੀ, ਕਿਉਂਕਿ ਮੈਂ ਇਹ ਕਹਿਣਾ ਚਾਹੁੰਦੀ ਆ ਬੇਟੀ ਤਾਂ ਮੇਰੀ ਨਹੀਂ ਹੈਗੀ ਜੀ, ਲੇਕਿਨ ਮੇਰੇ ਦੋ ਬੇਟੇ ਆ, ਮੇਰੀਆਂ ਬਹੂ ਬੇਟੀਆਂ ਜ਼ਰੂਰ ਹੈਗੀਆਂ। ਬਸ ਉਹ ਤੁਹਾਡੇ ਧੀਆਂ ਹੀ ਹੈ। ਹਾਂਜੀ, ਉਹ ਮੇਰੀਆਂ ਧੀਆਂ ਆ। ਹਾਂਜੀ ਹਾਂਜੀ, ਤੇ ਆਪਾਂ ਮੈਂ ਹਾਂਜੀ ਹਾਂਜੀ ਉਹੀ। ਪਰ ਮੈਂ ਇੱਕ ਗੱਲ ਕਹਾਂ ਤੁਹਾਨੂੰ ਜੀ। ਹਾਂਜੀ, ਤੁਸੀਂ ਕਹਿੰਦੇ ਹੋ ਕਿ ਮੇਰੀ ਧੀ ਨਹੀਂ ਹੈ ਨਾ। ਹਾਂਜੀ, ਮਗਰ ਤੁਸੀਂ ਕਿਸੇ ਦੀ ਧੀ ਤੋਂ ਹੋਇਆ ਨਾ। ਹਾਂਜੀ ਹਾਂਜੀ, ਉਹੀ ਤਾਂ ਮੈਂ ਗੱਲ ਦੱਸਣ ਲੱਗੀ ਆ। ਨਹੀਂ ਧੀ ਤੁਸੀਂ ਵੀ ਹੈਗੇ। ਚਲੋ ਥੈਂਕ ਯੂ ਜੀ। ਹਾਂਜੀ ਹਾਂਜੀ, ਜੇ ਆਪਾਂ ਦੂਸਰੇ ਦੀ ਧੀ ਨਾਲ ਘਰ ਆਈ ਨਾਲ ਲੜਾਈ ਝਗੜਾ ਕਰਦੇ ਆ ਜੀ, ਕਿਉਂਕਿ ਮੰਨ ਲਓ ਵੀ ਮੇਰੀ ਬੇਟੀ ਨਹੀਂ
ਪਰ ਮੈਨੂੰ ਇਹ ਸੋਚ ਲੈਣਾ ਚਾਹੀਦਾ ਕਿ ਮੈਂ ਵੀ ਇੱਕ ਬੇਟੀ, ਮੈਨੂੰ ਜੋ ਘਰ 'ਚ ਚਾਹੀਦਾ ਹੈ ਉਹ ਹੀ ਇਸ ਬੱਚੇ ਨੂੰ ਚਾਹੀਦਾ। ਬਿਲਕੁਲ ਸਹੀ ਗੱਲ ਜੀ, ਬਿਲਕੁਲ ਸਹੀ ਗੱਲ। ਹਾਂਜੀ, ਕਿਉਂਕਿ ਧੀ ਨੂੰ ਵੀ ਸਮਝਣਾ ਚਾਹੀਦਾ ਆ ਕਿ ਇਹ ਹੁਣ ਮੇਰੀ ਮਦਰ ਆ ਜੀ, ਔਰ ਮਦਰ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਬੇਟੀ ਮੇਰੀ ਧੀ ਆ। ਜੀ ਜੀ। ਦੂਸਰੀ ਗੱਲ ਇਹ ਹੈ ਕਿ ਜੇ ਆਪਾਂ ਘਰ ਦੇ ਵਿੱਚ ਲੜਾਈ ਝਗੜਾ ਕਰੂੰਗੇ, ਜੀ ਜੀ, ਜੋ ਮੇਰੀ ਆਪਣੀ ਲਾਈਫ ਐਕਸਪੀਰੀਅੰਸ ਆ, ਉਹ ਤੁਹਾਡੇ ਬੇਟੇ ਵੀ, ਤੁਹਾਡਾ ਪਰਿਵਾਰ ਹੀ ਦੁਖੀ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ। ਤੁਹਾਡਾ ਬੇਟਾ ਵੀ ਦੁਖੀ, ਬਹੂ ਬੇਟੀ ਵੀ ਦੁਖੀ। ਮੈਂ ਇਹ ਕਹਿੰਦੀ ਹਾਂ ਕਿ ਚਾਹੇ ਧੀਆਂ ਹੈਗੀਆਂ ਚਾਹੇ ਨਹੀਂ ਜੀ, ਆਪਣੇ ਤੇ ਲਾਓ ਕਿ ਮੈਂ ਵੀ ਇੱਕ ਔਰਤ ਆ ਕਿ ਜਿਹੜੀ ਮੇਰੇ ਘਰ ਦੇ ਵਿੱਚ ਬਹੂ ਬੇਟੀ ਆ ਗਈ ਆ, ਉਹ ਵੀ ਮੇਰੀ ਇੱਕ ਧੀ ਆ। ਧੀ ਆ, ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ, ਹੁਣ ਮੈਂ ਇੱਕ ਕਵਿਤਾ ਬੋਲਣ ਲੱਗੀ ਆ ਜੀ। ਹਾਂਜੀ, ਉਹ ਕੁਛ ਇਸ ਤਰ੍ਹਾਂ ਹੈ, ਉਹਦਾ ਟਾਈਟਲ ਹੈਗਾ ਮਾਂ ਜੀ। ਜਾਣ ਕੇ ਧੀ ਮਾਂ। ਇਹ ਕਵਿਤਾ ਕੁਛ ਇਸ ਤਰ੍ਹਾਂ ਹੈਗੀ ਆ ਜੀ ਕਿ ਜੀ ਇੱਕ ਬੇਟੀ ਨਾ ਧੀ ਨਾ ਘਰ ਦੇ ਕਿੰਨੇ ਰਿਸ਼ਤੇ ਬਣਦੇ ਆ। ਜੀ ਜੀ। ਹਾਂਜੀ, ਉਹ ਇਸ ਕਵਿਤਾ ਇਹ ਆ ਜੀ, ਕਹਿੰਦੇ ਮਾਂ ਲੋਕੋ ਜੇ ਜੱਗ ਵਿੱਚ ਕਿਧਰੇ, ਮਾਂ ਲੋਕੋ ਜੇ ਜੱਗ ਵਿੱਚ ਕਿਧਰੇ, ਧੀ ਬਣ ਕੇ ਕਿਤੇ ਆਉਂਦੀ ਨਾ। ਗੱਲ ਪੱਕੀ ਹੈ ਕਿਸੇ ਨੂੰ ਲੋਕੋ, ਜੱਗ ਤੇ ਮਾਂ ਤੇ ਆਉਂਦੀ ਨਾ। ਵਾਹ ਵਾਹ ਜੀ ਵਾਹ। ਥੈਂਕ ਯੂ ਜੀ। ਕਹਿੰਦੇ ਧੀ ਤੋਂ ਹੀ ਸਭ ਰਿਸ਼ਤੇ ਬਣਦੇ, ਬਿਲਕੁਲ ਜੀ, ਸਹੀ ਗੱਲ। ਇਹਦੇ ਨਾਲ ਹੀ ਜੱਗ ਸਰਦਾਰੀ। ਸਹੀ। ਵਾਹ ਜੀ, ਖਾਨਦਾਨ ਦੀ ਅਣਖ ਹੈ ਹੁੰਦੀ, ਲੱਗਦੀ ਪੁੱਤਾਂ ਤੋਂ ਵੀ ਪਿਆਰੀ। ਵਾਹ ਜੀ ਵਾਹ। ਥੈਂਕ ਯੂ ਜੀ। ਕਹਿੰਦੇ ਬਣ ਕੇ ਨਾਨੀ, ਬਣ ਪੜ ਨਾਨੀ, ਜੀ। ਬਣ ਦਾਦੀ ਲਾਡ ਲਡਾਉਂਦੀ ਨਾ। ਮਾਂ ਲੋਕੋ ਜੇ ਜੱਗ ਵਿੱਚ ਕਿਧਰੇ, ਧੀ ਬਣ ਕੇ ਕਿਤੇ ਆਉਂਦੀ ਨਾ। ਵਾਹ ਜੀ ਵਾਹ। ਥੈਂਕ ਯੂ ਜੀ। ਅੱਗੇ ਆ ਜੀ, ਕਹਿੰਦੇ ਧੀ ਹੀ ਜੱਗ ਤੇ ਭੈਣ ਕਹਾਵੇ। ਜੀ। ਧੀ ਹੀ ਜੱਗ ਤੇ ਭੈਣ ਕਹਾਵੇ, ਧੀ ਹੀ ਬਣਦੀ ਭੂਆ। ਧੀ ਜਦ ਲੋਕੋ ਮਾਂ ਬਣ ਜਾਂਦੀ, ਇਹਦੇ ਤੁੱਲ ਨਾ ਦੂਆ। ਵਾਹ ਜੀ। ਦੋਤੀ ਪੋਤੀ ਤੇ ਪੜਪੋਤੀ, ਪੁੱਤਰ ਬਧੂ ਕਹਾਉਂਦੀ ਨਾ। ਬਿਲਕੁਲ ਜੀ। ਮਾਂ ਲੋਕੋ ਦੇ ਜੱਗ ਵਿੱਚ ਕਿਧਰੇ, ਧੀ ਬਣ ਕੇ ਕਿਤੇ ਆਉਂਦੀ ਨਾ। ਅੱਗੇ ਆ ਜੀ, ਕਹਿੰਦੇ ਇਹੀ ਭਤੀਜੀ, ਇਹੀ ਭਾਣਜੀ, ਇਹੀ ਅੰਮਾ ਜਾਈ। ਜੀ। ਕਾਲੇ ਹਾਰ ਕਿਸੇ ਦੀ ਬਣਦੀ, ਕਿਸੇ ਦੀ ਚਾਚੀ ਤਾਈ। ਬਿਲਕੁਲ ਜੀ। ਇੱਕ ਔਰਤ ਨਾਲ ਕਿੰਨੇ ਰਿਸ਼ਤੇ ਬਣਦੇ ਆ। ਬਿਲਕੁਲ ਸਹੀ ਗੱਲ ਹੈ ਜੀ। ਬਣ ਭਰਜਾਈ ਕਿਸੇ ਦੀ ਇਹ ਕਹਿ ਕੇ ਦਿਓਰ ਬਣਾਉਂਦੀ ਨਾ। ਬਣ ਭਰਜਾਈ ਕਿਸੇ ਦੀ ਇਹ ਕਹਿ ਕੇ ਦਿਓਰ ਬੁਲਾਉਂਦੀ ਨਾ। ਮਾਂ ਲੋਕੋ ਦੇ ਜੱਗ ਵਿੱਚ ਕਿਧਰੇ, ਧੀ ਬਣ ਕੇ ਕਿਤੇ ਆਉਂਦੀ ਨਾ। ਤੇ ਅੱਗੇ ਆ ਜੀ, ਕਹਿੰਦੇ ਗੱਲ ਪੱਕੀ ਹੈ ਕਿਸੇ ਨੂੰ ਲੋਕੋ, ਜੱਗ ਤੇ ਮਾਂ ਤੇ ਆਉਂਦੀ ਨਾ। ਮਾਂ ਬਣ ਕੇ ਜੇ ਜੱਗ ਵਿੱਚ ਕਿਧਰੇ, ਧੀ ਬਣ ਕੇ ਆਉਂਦੀ ਨਾ। ਅੱਗੇ ਆ ਜੀ, ਕਹਿੰਦੇ ਬਣੇ ਸਹੇਲੀ, ਸਾਲੀ ਨਣਦ ਵੀ, ਬਣਦੀ ਮਾਮੀ ਮਾਸੀ। ਇਸ ਤੋਂ ਹੀ ਪੈਦਾ ਹੋਏ ਰਾਜੇ ਭਗਤ ਗੁਰੂ ਸੰਨਿਆਸੀ। ਥੈਂਕ ਯੂ ਜੀ। ਬਣ ਕਿਸੇ ਦੀ ਪਤਨੀ, ਇਹ ਮਾਂ ਦਾ ਦਰਜਾ ਪਾਉਂਦੀ ਨਾ। ਬਣ ਕਿਸੇ ਦੀ ਪਤਨੀ, ਇਹ ਮਾਂ ਦਾ ਦਰਜਾ ਪਾਉਂਦੀ ਨਾ। ਮਾਂ ਲੋਕੋ ਜੇ ਜੱਗ ਵਿੱਚ ਕਿਧਰੇ, ਧੀ ਬਣ ਕੇ ਆਉਂਦੀ ਨਾ। ਅੱਗੇ ਅਜੀ ਕਹਿੰਦੇ ਇਸ ਲਈ ਸੁਣ ਲਓ ਦੁਨੀਆ ਵਾਲਿਓ, ਇਸ ਲਈ ਸੁਣ ਲਓ ਦੁਨੀਆ ਵਾਲਿਓ, ਇੰਨਾ ਕਹਿਰ ਗੁਜ਼ਾਰੋ ਨਾ। ਧੀ ਨੇ ਹੀ ਹੈ ਧੀਆਂ ਪੁੱਤ ਜਾਣੇ ਜੰਮਣੇ, ਇਸ ਨੂੰ ਕੁੱਖ ਵਿੱਚ ਮਾਰੋ ਨਾ। ਹਾਂਜੀ, ਨਾ ਹੁੰਦੀ ਏ ਜੇ ਰੂਪ ਰੱਬ ਦਾ, ਕਰਮ ਨੂੰ ਜੱਗ ਵਿੱਚ ਲਿਆਉਂਦੀ ਨਾ। ਇਹ ਕਰਮ ਸਿੰਘ ਕਰਮ ਜੀ ਦੀ ਲਿਖੀ ਆ। ਨਾ ਹੁੰਦੀ ਜੇ ਰੂਪ ਰੱਬ ਦਾ, ਕਰਮ ਨੂੰ ਜੱਗ ਵਿੱਚ ਲਿਆਉਂਦੀ ਨਾ। ਮਾਂ ਲੋਕੋ ਜੇ ਜੱਗ ਵਿੱਚ ਕਿਧਰੇ, ਧੀ ਬਣ ਕੇ ਕਿਤੇ ਆਉਂਦੀ ਨਾ। ਕੀ ਗੱਲ ਪੱਕੀ ਕਿਸੇ ਨੂੰ ਲੋਕੋ, ਜੱਗ ਤੇ ਮਾਂ ਤੇ ਆਉਂਦੀ ਨਾ। ਇਹ ਚੀਜ਼ ਦੀ ਕਵਿਤਾ, ਇੱਕ ਧੀ ਨਾਲ ਕਿੰਨੇ ਰਿਸ਼ਤੇ ਬਣਦੇ ਆ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਮੈਂ ਇਹ ਕਹਿੰਦੀ ਆ ਕਿ ਚਾਹੇ ਤੁਸੀਂ ਇੱਕ ਔਰਤ ਆ, ਚਾਹੇ ਉਹਦੀ ਧੀ ਆ, ਚਾਹੇ ਉਹਦੀ ਬਹੂ ਬੇਟੀ ਆ, ਕਿੰਨੇ ਰਿਸ਼ਤੇ ਬਣਦੇ ਆ। ਜੇ ਕਹਿੰਦੇ ਆ ਕਿ ਔਰਤ ਦੀ ਬੈਰਨ ਆ, ਕਿ ਅਸੀਂ ਇੱਕ ਦੂਸਰੇ ਨਾਲ ਪਿਆਰ ਕਰਨ ਲੱਗ ਪਈਏ ਨਾ, ਇਹ ਝਗੜੇ ਦੁਨੀਆ ਤੇ ਸਾਰੇ ਖਤਮ ਹੋ ਜਾਣੇ ਆ। ਇੱਕ ਪਿਆਰ ਭਾਵਨਾ ਦੀ ਨਜ਼ਰ ਨਾਲ ਧੀਆਂ ਨੂੰਹਾਂ ਪੁੱਤ ਸਾਰਾ ਪਰਿਵਾਰ ਹੀ ਪਿਆਰ ਦੇ ਨਾਲ ਚੱਲਦਾ ਹੈ। ਜੀ ਜੀ ਜੀ। ਹਾਂਜੀ, ਮੇਰੇ ਜੇ ਵਿਚਾਰ ਸੀਗੇ, ਤੁਸੀਂ ਬਹੁਤ ਵਧੀਆ ਆਪਣਾ ਟੌਪਿਕ ਲੈ ਕੇ ਆਏ ਆ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ ਜੀ। ਓਕੇ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ।
ਸੋ ਬਹੁਤ ਬਹੁਤ ਧੰਨਵਾਦ ਆ ਸਾਡੇ ਜਿਉਣੀ ਬਹੁਤ ਸੋਹਣੀ ਕਵਿਤਾ ਜਾਣੀ ਕਿ ਸਾਡੇ ਵੱਡੇ ਵੀ ਭਾਈ ਸਾਹਿਬ ਨੇ ਲਿਖੀ ਹੈ ਕਰਮ ਸਿੰਘ ਜੀ ਉਹਨਾਂ ਦੀਆਂ ਲਿਖੀਆਂ ਹੋਈਆਂ ਤੁਹਾਨੂੰ ਪਤਾ ਬੜੇ ਜਵਾਨ ਨੇ ਬਹੁਤ ਚੰਗੇ ਵਧੀਆ ਪੜ੍ਹੇ ਲਿਖੇ ਇਨਸਾਨ ਹੈ ਹਾਂਜੀ ਤੇ ਅਸੀਂ ਸਾਨੂੰ ਵੀ ਕਈ ਵਾਰੀ ਮੌਕਾ ਮਿਲਦਾ ਹੁੰਦਾ ਉਹਨਾਂ ਦੇ ਗੀਤ ਗਾਉਣ ਦਾ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ। ਤਾਂ ਗੱਲ ਚੱਲਦੀ ਹੈ ਜੀ ਅੱਜ ਫਿਰ ਜੋ ਸਾਡਾ ਟੌਪਿਕ ਹੈ ਉਹ ਧੀਆਂ ਤੇ ਧੀਆਂ ਦੀ ਗੱਲ ਕਰਨ ਜਾ ਰਹੇ ਹਾਂ ਕਿ ਦੇਖੋ ਜਦੋਂ ਧੀਆਂ ਵਿਆਹ ਵੀ ਹੋ ਜਾਂਦੀਆਂ ਵਿਆਹ ਹੋ ਕੇ ਜੋ ਸਮਝਦਾਰੀ ਜਿਸ ਤਰ੍ਹਾਂ ਹੁਣ ਇਹ ਕਹਿ ਕੇ ਗਏ ਨੇ ਵੀ ਵਿਆਹ ਹੋ ਜੇ ਸਮਝਦਾਰੀ ਦੀ ਗੱਲ ਹੈ ਜੀ ਜਿਹੜੇ ਤਾਂ ਜੜ ਕੇ ਇੱਕ ਦੂਸਰੇ ਇੱਕ ਲਾਈਕ ਹੋ ਲੈਣੇ ਬੋਲੋ ਹੈਲੋ ਜੀ ਹਾਂ ਜੀ ਤੁਸੀਂ ਇੰਨਾ ਸੋਹਣਾ ਪ੍ਰੋਗਰਾਮ ਰੱਖਿਆ ਭਾਜੀ ਇੰਨਾ ਸੋਹਣਾ ਹੈ ਤੇ ਬਹੁਤ ਨਾਈਸ ਆ ਥੈਂਕ ਯੂ ਹਾਂਜੀ ਥੈਂਕ ਯੂ ਜੀ ਹਾਂਜੀ ਅਸੀਂ ਲੰਡਨ ਤੋਂ ਬੋਲ ਰਹੇ ਹਾਂ ਕਿੱਥੋਂ ਜੀ ਇੱਥੇ ਲੰਡਨ ਤੋਂ ਕੌਣ ਬੋਲਦੇ ਜੀ ਮੈਂ ਨਾਂ ਦੱਸਣਾ ਕੀ ਜੀ ਮੈਂ ਨਾਂ ਦੱਸਣਾ ਤਾਂ ਮੇਰੇ ਲੜਕੀਆਂ ਸੀਗੀਆਂ ਹਾਂਜੀ ਮੇਰੇ ਘਰ ਆਉਣੋਂ ਲੋਕਾਂ ਨੇ ਬੰਦ ਕਰ ਦਿੱਤਾ ਮੇਰੇ ਹੱਥੋਂ ਦੀ ਰਿਸ਼ਤੇਦਾਰੀ ਨੇ ਤੇ ਇਹਦੇ ਕੁੜੀਆਂ ਆ ਤੇ ਇਹਦਾ ਪਛਾਣ ਮੇਰਾ ਸਾਡੇ ਕੁੜੀਆਂ ਬਣੀਆਂ ਬਹੁਤ ਬੜਾ ਇਹ ਮੇਰਾ ਦੁਖੀ ਆ ਕਿ ਮੈਂ ਤਾਂ ਮੈਂ ਆਪਣੀ ਸਟੋਰੀ ਦੱਸ ਨਹੀਂ ਸਕਦੀ ਕਿ ਜਿਹੜਾ ਮੇਰਾ ਘਰ ਵਾਲਾ ਹੈ ਨਾ ਉਹਨੇ ਮੇਰਾ ਨਾਮ ਨਹੀਂ ਕੱਟਿਆ ਮੇਰੇ ਘਰ ਵਾਲਾ ਪੜ੍ਹਿਆ ਲਿਖਿਆ ਸੀਗਾ ਲੇਕਿਨ ਮੈਂ ਇੰਨੀ ਪੜ੍ਹੀ ਲਿਖੀ ਸੀ ਪਰ ਮੇਰੇ ਕੁੜੀਆਂ ਇਸ ਵੇਲੇ ਮੈਨੂੰ ਦੱਸ ਨਹੀਂ ਸਕਦੀ ਇੰਨੇ ਗੁਰਜੋ ਪੜ੍ਹਦੇ ਆ ਔਰ ਮੈਂ ਤੁਸੀਂ ਕਹੋਗੇ ਕਿ ਇਹ ਕਿੱਦਾਂ ਚੀਜ਼ ਹੈ ਕਿ ਮੈਂ ਅਨਪੜ੍ਹ ਦਿੱਲੀ ਇੰਡੀਆ ਤੋਂ ਆ ਕੇ ਔਰ ਮੇਰੇ ਕੁੜੀਆਂ ਨੂੰ ਆਈਟੀ ਦੇ ਵਿੱਚ ਆ ਸੋਸ਼ਲ ਵਰਕਰ ਆ ਔਰ ਹੋਮ ਆਫਿਸ ਦੇ ਵਿੱਚ ਆ ਔਰ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਾਂ ਜਿਹੜੇ ਦੁੱਖਾਂ ਮੇਰੇ ਹਸਬੰਦ ਦੇ ਰਿਸ਼ਤੇਦਾਰ ਸੀ ਨਾ ਉਹਨਾਂ ਮੇਰੇ ਘਰੋਂ ਉਹਨਾਂ ਬਚ ਗਿਆ ਕਿ ਇਹਦਾ ਪਰਛਾਵਾਂ ਪੈ ਗਿਆ ਤਾਂ ਸਾਡੇ ਕੁੜੀਆਂ ਬਣ ਗਿਆ ਇਹ ਬੇਸ਼ਰਮ ਲੋਕ ਹੈ ਜਿੱਦਾਂ ਜਿਹੜੇ ਇਦਾਂ ਕਹਿੰਦੇ ਆ ਨਾ ਦੇਖੋ ਜੀ ਵੈਸੇ ਜੋ ਇਨਸਾਨ ਪੜ੍ਹੇ ਲਿਖੇ ਆ ਪੜ੍ਹ ਲਿਖ ਕੇ ਵੀ ਇਹੋ ਜਿਹੀਆਂ ਗਲਤੀਆਂ ਕਰ ਰਿਹਾ ਫਿਰ ਤੇ ਬਹੁਤ ਮਾੜੀ ਗੱਲ ਹੈ ਹਾਂਜੀ ਪਰ ਉਹ ਤਾਂ ਮੇਰੇ ਜਿਹੜੇ ਹਸਬੰਦ ਦੀ ਫੈਮਿਲੀ ਸੀ ਨਾ ਉਹਨਾਂ ਨੇ ਵੀ ਮੈਨੂੰ ਕਹਿੰਦੇ ਤੱਕ ਇਹਨੂੰ ਬਾਹਰ ਕੱਢੋ ਤੁਹਾਨੂੰ ਮੁੰਡਾ ਚਾਹੀਦਾ ਦੇਖੋ ਜੀ ਸੌਰੀ ਆ ਜਾਣੀ ਕਿ ਤੁਹਾਡੀ ਸਟੋਰੀ ਇਹੋ ਜਿਹੀ ਸੁਣ ਕੇ ਮੇਰੀ ਸਟੋਰੀ ਇਹੋ ਜਿਹੀ ਆ ਕਿ ਜਦੋਂ ਮੇਰੇ ਘਰ ਵਾਲੇ ਨੇ ਮੇਰਾ ਸਾਥ ਛੱਡਿਆ ਉਹ ਕਹਿੰਦਾ ਜਦ ਮੈਂ ਤੇਰੇ ਨਾਲ ਆਇਆ ਤੈਨੂੰ ਕੋਈ ਕੁਝ ਨਹੀਂ ਕਰ ਸਕਦਾ ਕਿਉਂਕਿ ਮੇਰੇ ਘਰ ਮੁੰਡਾ ਵੀ ਆ ਗਿਆ ਲੇਕਿਨ ਜਦੋਂ ਮੈਂ ਕੁੜੀ ਨੇ ਵਿਆਹ ਕੀਤੇ ਉਹਨੇ ਸਭ ਕੁਝ ਗਲਤ ਕੀਤਾ ਤੇ ਤੁਸੀਂ ਤਾਂ ਨਹੀਂ ਨਾ ਤੁਹਾਡਾ ਭਰਾ ਵੀ ਹੈਗਾ ਮੇਰੀ ਕੁੜੀ ਨੇ ਤੇ ਘਰ ਆ ਗਿਆ ਸਾਡੇ ਕੋਲ ਭਰਾ ਵੀ ਹੈਗਾ ਕੀ ਦੇਖੋ ਚਲੋ ਖੈਰ ਇਹ ਤਾਂ ਜੀ ਮਾਲਕ ਦੀ ਦੇਣ ਹੈ ਹੁਣ ਕੁਝ ਕਰ ਨਹੀਂ ਸਕਦੇ ਪਰ ਇਦਾਂ ਆ ਸਮਝ ਆਪਣੀਆਂ ਜੇ ਆਪਾਂ ਸਮਝੀਏ ਨਾ ਤੇ ਧੀਆਂ ਵੀ ਪੁੱਤਰ ਹੀ ਆ ਨਹੀਂ ਜਿਹੜੀਆਂ ਕੁੜੀਆਂ ਮੁੰਡੇ ਆ ਪਰ ਜਿਹੜਾ ਮੇਰਾ ਮੁੰਡਾ ਉਹਨੂੰ ਕੋਈ ਐਸੀ ਹੈਗਾ ਸਾਨੂੰ ਠੀਕ ਹੈਗਾ ਪਰ ਮੇਰੇ ਕੁੜੀਆਂ ਦੇ ਜਿਹੜੇ ਮੁੰਡਾ ਦਾ ਵੀ ਹੱਥ ਮੁੰਡਾ ਠੀਕ ਕਰਦਾ ਹੈ ਪਰ ਮੇਰੇ ਕੁੜੀਆਂ ਸਾਰੇ ਗੁਰਦੱਪਾ ਨੇ ਮੈਨੂੰ ਇੰਨਾ ਸੁਖੀ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਪਰ ਮੇਰੇ ਘਰ ਵਾਲੇ ਮੇਰੇ ਨਾਲ ਬਹੁਤ ਮੈਚੀ ਪਹਿਲਾਂ ਮੈਚੀ ਹੋ ਰਿਹਾ ਪਰ ਉਹਦੇ ਜਿਹੜੇ ਫੈਮਿਲੀ ਸੀ ਨਾ ਇੰਨੀ ਗੰਦੀ ਫੈਮਿਲੀ ਨੇ ਮੈਨੂੰ ਦੱਸ ਨਹੀਂ ਸਕਦੀ ਸੌਰੀ ਜਾਨੀ ਕਿ ਤੁਹਾਡੀ ਇਹ ਸਟੋਰੀ ਬਹੁਤ ਮਿਹਨਤ ਪਰ ਮੈਂ ਬਹੁਤ ਸਫਰ ਕੀਤਾ ਸੀਗਾ ਪਰ ਹਸਬੰਦ ਚੰਗਾ ਹੋਣਾ ਚਾਹੀਦਾ ਥੋੜਾ ਨਾਲ ਪਰ ਜੇ ਹਸਬੰਦ ਮੇਰਾ ਉਧਰ ਹੁੰਦਾ ਤੇ ਮੈਂ ਬਾਤ ਤੱਕ ਖਾ ਲਈ ਫਿਰ ਵੀ ਤੁਹਾਡੀ ਹਿੰਮਤ ਦੀ ਤੁਸੀਂ ਚੱਲੀ ਵੀ ਤੇ ਗੱਲਾਂ ਕਰ ਰਹੇ ਆ ਪਰ ਇਦਾਂ ਬਹੁਤੇ ਨੇ ਇਹ ਕੰਮ ਹੋਇਆ ਬਹੁਤੇ ਨੇ ਚੱਲਦਾ ਕਈ ਉਹ ਮੇਰੇ ਹਸਬੰਦ ਨਾਲ ਇੱਥੇ ਆ ਉਹ ਸੋਨੇ ਦੁਨੀਆ ਮੈਂ ਕੇਅਰ ਕਰਦੀ ਪਰ ਜੋ ਮੇਰੇ ਘਰ ਵਾਲੇ ਨੇ ਸਾਥ ਦਿੱਤਾ ਕਿ ਮੈਂ ਉਹਦਾ ਬਹੁਤ ਮਹਿਸੂਸ ਕਰਦੀ ਹਾਂ ਉਹ ਬਹੁਤ ਲੱਕੀ ਚਲੋ ਥੈਂਕ ਯੂ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜੀ ਦੇਖੋ ਜੀ ਉਹ ਦੇਖੋ ਜੀ ਇਦਾਂ ਹੀ ਹਾਲਾਤ ਇਦਾਂ ਦੇ ਦੇਖੋ ਜੀ ਹੁਣ ਗੱਲ ਆਪਾਂ ਕਰ ਰਹੇ ਸੀ ਦੇਖੋ ਆਪਾਂ ਧੀਆਂ ਕਈ ਵਿਆਹ ਦੀਆਂ ਕਈ ਤੇ ਰਾਣੀਆਂ ਮਹਾਰਾਣੀਆਂ ਬਣ ਕੇ ਵੀ ਰਹਿੰਦੀਆਂ ਹੁਣ ਸਾਡੇ ਯਾਨੀ ਕਿ ਇੰਡੀਆ 'ਚ ਆਪਾਂ ਬਹੁਤ ਜ਼ਿਆਦਾ ਇਹ ਸੋਚੀਦਾ ਕਿ ਸਾਡੀ ਧੀ ਕਿਤੇ ਬਾਹਰਲੇ ਮੁਲਕ ਚਲ ਜਾਏ ਤਕਰੀਬਨ ਹਰ ਉੱਥੇ ਬੰਦੇ ਦੀ ਯਾਨੀ ਕਿ ਖੁਆਇਸ਼ ਇਹ ਹੈ ਜਿੰਨੇ ਵੀ ਧੀਆਂ ਵਾਲੇ ਕਿ ਸਾਡੀ ਧੀ ਨੂੰ ਕੋਈ ਵਧੀਆ ਜ਼ਿੰਦਗੀ ਮਿਲ ਜਾਏ ਕਈਆਂ ਨੇ ਯਾਨੀ ਕਿ ਆਪਣੀਆਂ ਧੀਆਂ ਦੇ ਬਾਹਰ ਰਿਸ਼ਤੇ ਕੋਈ ਇੰਗਲੈਂਡ ਜਾਂ ਕੋਈ ਆਸਟ੍ਰੇਲੀਆ ਜਾਂ ਕੋਈ ਅਮਰੀਕਾ ਜਾਂ ਕੋਈ ਕੈਨੇਡਾ ਰਿਸ਼ਤੇ ਕੀਤੇ ਆ ਪਰ ਜਿੱਦਾਂ ਗੱਲ ਕਰਦੇ ਕਿਸਮਤ ਵਾਲੀ ਜਿਹੜੀਆਂ ਵਿਚਾਰੀਆਂ ਚੰਗੀ ਕਿਸਮਤ ਵਾਲੀਆਂ ਸੀ ਉਹਨਾਂ ਨੂੰ ਤਾਂ ਇਸ ਵੇਲੇ ਯਾਨੀ ਕਿ ਇੱਕ ਜਿੱਦਾਂ ਕਹਿੰਦੇ ਮਹਿਲ ਮਿਲੇ ਹੋਏ ਰਾਜ ਮਿਲਿਆ ਹੋਇਆ ਪਰ ਕਈ ਵਿਚਾਰੀਆਂ ਇੱਥੇ ਆਣ ਕੇ ਉਹ ਦੂਸਰੇ ਮੁਲਕਾਂ ਦੇ ਵਿੱਚ ਉਹਨਾਂ ਦੇ ਸੱਸ ਸਹੁਰਾ ਜਾਂ ਉਹਨਾਂ ਦੇ ਹੋਰ ਰਿਸ਼ਤੇਦਾਰ ਉਹਨਾਂ ਨੂੰ ਇੰਨਾ ਤੰਗ ਕਰਦੇ ਵਿਚਾਰੀਆਂ ਦੇ ਡਿਵੋਰਸ ਤੱਕ ਹੋ ਜਾਂਦੇ ਆ ਪਰ ਫਿਰ ਜਦੋਂ ਪਿੱਛੇ ਮਾਪਿਆਂ ਨੂੰ ਪਤਾ ਲੱਗਦਾ ਵੀ ਸਾਡੀ ਧੀ ਇਸ ਵੇਲੇ ਕਿਹੜੇ ਦੁੱਖਾਂ ਦੇ ਵਿੱਚ ਆ ਸੀ ਤਾਂ ਜਾਣੀ ਕਿ ਉਹਨਾਂ ਨੂੰ ਕਿਤੇ ਸੁੱਖ ਕਰਕੇ ਹੀ ਬਾਹਰ ਗਿਆ ਸੀ ਪਰ ਉਹ ਕੰਮ ਉਲਟਾ ਜਿਹਾ ਹੋ ਜਾਂਦਾ ਸੋ ਇਸ ਦੇ ਨਾਲ ਇੱਕ ਲਾਈਵ ਕਾਲ ਲੈਂਦੇ ਹੈਲੋ ਜੀ ਜੈ ਗੁਰਦੇਵ ਜੀ ਧੰਨਵਾਦ ਜੀ ਕੌਣ ਤੇ ਕਿੱਥੋਂ ਜੀ ਮੈਂ ਜੋਗਿੰਦਰ ਮਹੇਸ਼ ਜੋਗੀ ਬੋਲਦਾ ਜੀ ਆਹ ਬੱਲੇ 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 ਵਾਹ ਜੀ ਜੋਗਿੰਦਰ ਜੀ ਹਾਂਜੀ ਜੀ ਆਇਆਂ ਨੂੰ
ਜੀ ਧੀਆਂ ਬਾਰੇ ਜੀ ਕੋਈ ਚੰਦਾਨਾ ਗੀਤ ਬੋਲ ਸਕਦੇ ਹਾਂ? ਜਲਦੀ ਕਰੋ ਜੀ, ਜਲਦੀ, ਆਪਣੇ ਕੋਲ ਟਾਈਮ ਹੁਣ ਸਭ ਘਟੀ ਜਾਂਦਾ। ਠੀਕ ਹੈ ਜੀ। ਨਾ ਇਹ ਕਹਿਰ ਗੁਜ਼ਾਰੀ ਮਾਏ, ਨਾ ਕੁੱਖ ਵਿੱਚ ਧੀ ਨੂੰ ਮਾਰੀ ਮਾਏ, ਧੀਆਂ ਦੇ ਨਾਲ ਦੇਲ ਵਾਹਦੀ ਸਾਰੇ ਵੇ ਸੰਸਾਰ ਦੇ, ਫਿਰ ਕਿਉਂ ਆਉਣ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਮਾਰਦੇ। ਪੜ੍ਹ ਲਿਖ ਕੇ ਧੀ ਬਣਦੀ ਰਾਣੀ, ਆਪਣਾ ਨਾਮ ਚਮਕਾਉਂਦੀ ਆ, ਧੀ ਨੂੰ ਰੱਬ ਦੇ ਵਾਂਗੂ ਪੂਜੋ ਜੋ ਘਰ ਪਰਿਵਾਰ ਚਲਾਉਂਦੀ ਆ ਜੀ। ਤੇ ਫਿਰ ਮਾਰਨ ਤੋਂ ਪਹਿਲਾਂ ਲੋਕੀ ਕਿਉਂ ਨਹੀਂ ਸੋਚ ਵਿਚਾਰਦੇ ਜੀ, ਕਿਉਂ ਫਿਰ ਆਉਣ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਮਾਰਦੇ। ਵਾਹ ਜੀ ਵਾਹ। ਦੁੱਖੋਂ ਆਪਣੇ ਧੰਦੇ ਝੱਲਦੀਆਂ ਬੱਚਿਆਂ ਲਈ ਉਹ ਮਰਦੀਆਂ ਨੇ ਜੀ, ਧੀਆਂ ਨੂੰ ਪੈਦਾ ਕਰਨ ਦੀ ਖਾਤਰ ਕਿਉਂ ਧੀਆਂ ਮਾਵਾਂ ਡਰਦੀਆਂ ਨੇ। ਵਾਹ ਜੀ ਵਾਹ। ਕਿਉਂ ਧੀਆਂ ਨੂੰ ਨਫ਼ਰਤ ਕਰਦੇ, ਆਪਣਾ ਘਰ ਉਜਾੜਦੇ, ਫਿਰ ਕਿਉਂ ਆਉਣ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ ਵਿੱਚ ਮਾਰਦੇ। ਵੀਰਾ ਮਾਪੇ ਤੇਰੇ ਯਾਦ ਨੇ ਕਰਦੇ, ਨਾ ਭੈਣ ਕਹੇ ਭਰਜਾਈਆਂ ਨੂੰ, ਪੁੱਤਰ ਪੁੱਛਦਾ ਬਾਤ ਨਾ ਕੋਈ, ਭੈਣਾਂ ਸੁਣ ਦੁਹਾਈਆਂ ਨੂੰ। ਪੁੱਤਰ ਪੁੱਛਦਾ ਬਾਤ ਨਾ ਕੋਈ, ਭੈਣਾਂ ਸੁਣ ਦੁਹਾਈਆਂ ਨੂੰ, ਬਣ ਸਹਾਰਾ ਮਾਪਿਆਂ ਦਾ ਸੇਵਾ ਕਰਦੀਆਂ ਨਾਲ ਪਿਆਰ ਦੇ, ਫਿਰ ਕਿਉਂ ਆਉਣ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਮਾਰਦੇ। ਵਾਹ ਜੀ ਵਾਹ। ਮਹੇ ਜੋਗੀ ਮੇਰੇ ਪੁਰੀਆ ਸੁਣ ਧੀਆਂ ਧਨ ਪਰਾਇਆ ਕਹਿੰਦੇ ਆ, ਵਾਹ ਜੀ। ਬੈਠ ਸਦਾ ਉਹ ਘਰ ਨਾ ਰਹਿੰਦੀਆਂ, ਕਿਉਂ ਜਾਨ ਉਹਨਾਂ ਦੀ ਲੈਂਦੇ ਆ ਜੀ ਜੀ। ਧੀਆਂ ਰੌਣਕ ਵੱਧ ਘਰ ਦੀ, ਧੀਆਂ ਰੌਣਕ ਬਰਕਤ ਘਰ ਦੀ, ਲੋਕੋ ਵਿੱਚ ਪਰਿਵਾਰ ਦੇ, ਫਿਰ ਕੇ ਆਉਣ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਮਾਰਦੇ। ਜੈ ਗੁਰਦੇਵ ਜੀ। ਧੰਨਵਾਦ ਜੀ, ਵਾਹ ਜੀ ਵਾਹ। ਥੈਂਕ ਯੂ ਜੀ ਤੁਹਾਡਾ, ਸਾਡੇ ਜੋਗਿੰਦਰ ਮਹੇਸ਼ ਜੋਗੀ ਜੀ, ਜੋ ਕਿ ਬਹੁਤ ਵਧੀਆ ਰਾਈਟਰ ਵੀ ਹਨ। ਸੋ ਆਪਣੀ ਲਿਖੀ ਹੋਈ ਕਵਿਤਾ ਸੁਣਾਈ ਗਏ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤਾਂ ਗੱਲ ਕਰ ਰਹੇ ਸੀ ਆਪਾਂ ਜੀ ਅੱਜ ਟੌਪਿਕ ਜੋ ਸਾਡਾ ਧੀਆਂ ਦਾ, ਕਿ ਦੇਖੋ ਆਪਣੇ ਬਾਹਰਲੇ ਮੁਲਕਾਂ 'ਚ ਆਪਾਂ ਕਈ ਵਾਰੀ ਜਾਣੀ ਕਿ ਧੀਆਂ ਵਿਚਾਰੇ ਵਿਆਹ ਦਿੰਦੇ ਆ, ਪਰ ਜਿਹੜੀਆਂ ਤੇ ਚਲੋ ਚੰਗੀ ਕਿਸਮਤ ਵਾਲੀਆਂ ਚੰਗੇ ਮਹਿਲਾਂ ਦੇ ਵਿੱਚ ਵੀ ਰਹਿੰਦੀਆਂ, ਚੰਗੀਆਂ ਗੱਡੀਆਂ ਵੀ ਹੈ, ਸਾਰਾ ਕੁਝ ਹੈ, ਪਰ ਕਈ ਵਿਚਾਰੀਆਂ ਉੱਥੇ ਜਾ ਕੇ ਇੰਨਾ ਜਾਣੀ ਕਿ ਦੁੱਖਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਨਾ, ਤਲਾਕ ਹੋ ਜਾਂਦੇ ਆ। ਹਾਂਜੀ, ਫਿਰ ਇਕੱਲੀਆਂ ਨੂੰ ਰਹਿਣਾ ਪੈਂਦਾ। ਕਈ ਸਟੂਡੈਂਟ ਸਟੱਡੀ ਦੇ ਬੇਸ 'ਤੇ ਲੋਕਾਂ ਨੇ ਜਾਣੀ ਕਿ ਆਪਣੀਆਂ ਧੀਆਂ ਇੱਧਰ ਬਾਹਰਲੇ ਮੁਲਕਾਂ ਭੇਜੀਆਂ ਹੋਈਆਂ, ਮਗਰ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਕੀ ਹਾਲਾਤ ਆ, ਕੀ ਹਾਲ ਆ, ਇੰਨੀਆਂ ਦੁਖੀ ਨੇ, ਉਹ ਹੀ ਜਾਣਦੀਆਂ। ਪਰ ਜਦੋਂ ਮਾਪਿਆਂ ਨੂੰ ਖਬਰ ਲੱਗਦੀ ਹੈ ਨਾ, ਪਹੁੰਚਦੀ ਹੈ, ਅਤੇ ਉਹ ਵੀ ਕਹਿੰਦੇ ਵੀ ਸਾਡੀ ਧੀ ਜਿਹੜੇ ਹਾਲ ਹੋਣਗੇ। ਸਮਾਜ ਸਾਹਿਬ ਜੀ ਦੇਖ ਲਓ, ਆਪਣੇ ਕਈ ਵੀ ਇੰਟਰਵਿਊ ਜਾ ਕੇ ਉੱਥੇ ਵਿਆਹ ਵੀ ਕਰਕੇ ਆ ਜਾਂਦੇ ਆ। ਹਾਂਜੀ, ਛੱਡੋ ਨਾ, ਫਿਰ ਮੁੜ ਕੇ ਮੁਕਾਉਂਦੇ ਨਹੀਂ, ਵੀਜ਼ੇ ਨਹੀਂ ਲੱਗਦੇ ਜੀ, ਵੀਜ਼ੇ ਨਹੀਂ ਲੱਗਦੇ, ਕਈ ਮੁਕਾਉਂਦੇ ਵੀ ਨਹੀਂ ਗਏ। ਹਾਂਜੀ ਹਾਂਜੀ, ਉਹ ਵੀ ਇਸ ਵੇਲੇ ਮਾਵਾਂ ਵੀ ਬਣਿਆ ਆ, ਤੇ ਵੀ ਉਹਨਾਂ ਤੋਂ ਆ ਹੋਇਆ ਨਾ, ਖਰਾਬ ਵੀ ਬਹੁਤ ਕਰਦੇ ਜੀ। ਫਿਰ ਉਹ ਹੀ ਦੇਖ ਲਓ ਜੀ, ਆਪਾਂ ਗੱਲ ਕਰ ਰਹੇ ਹਾਂ ਧੀਆਂ ਦੀ, ਅਖੀਰ ਸਾਡੀਆਂ ਦਾਦੀਆਂ ਵੀ ਬਣਦੀਆਂ, ਸਾਡੀਆਂ ਨਾਨੀਆਂ ਵੀ ਬਣਦੀਆਂ, ਮਾਸੀਆਂ ਲਾ ਲਓ, ਤਾਈਆਂ, ਚਾਚੀਆਂ, ਜਾਣ ਕੇ ਸਾਨੂੰ ਉਹ ਧੀਆਂ ਹੀ ਹੁੰਦੀਆਂ ਜਿਹੜੀਆਂ ਜਾਣ ਕੇ ਇਹ ਦਰਜਾ ਜਿਨ੍ਹਾਂ ਨੇ ਲਿਆ ਹੋਇਆ। ਸੋ ਇੱਕ ਵਾਰੀ ਮੈਂ ਫਿਰ ਕਹੂੰਗਾ ਕਿ ਜੇ ਧੀ ਨਾ ਹੁੰਦੀ ਤੇ ਇਹ ਸੰਸਾਰ ਨਾ ਹੁੰਦਾ। ਇਹ ਸੰਸਾਰ ਧੀਆਂ ਦੇ ਨਾਲ ਹੀ ਬਣਿਆ ਹੋਇਆ। ਸੋ ਇਸ ਕਰਕੇ ਹਰ ਧੀ ਦੀ, ਹਰ ਭੈਣ ਦੀ, ਹਰ ਮਾਂ ਦੀ ਰਿਸਪੈਕਟ ਕਰੋ, ਇੱਜ਼ਤ ਕਰੋ ਅਤੇ ਇੱਜ਼ਤ ਕਰਵਾਓ। ਕਿਉਂਕਿ ਹੁਣ ਸਾਡਾ ਜਿਹੜਾ ਟਾਈਮ ਹੈ, ਟਾਈਮ ਵੀ ਸਾਡਾ ਜਾਣੀ ਕਿ ਇੰਨਾ ਇਜਾਜ਼ਤ ਨਹੀਂ ਦੇ ਰਿਹਾ, ਉਹ ਵੀ ਆਪਣੇ ਜਾਣੀ ਕਿ ਸਮਾਪਤੀ ਦੇ ਹੁੰਦਿਆਂ ਵੱਲ ਨੂੰ ਜਾ ਰਿਹਾ ਹੈ। ਮੈਂ ਸਮਾਜ ਸਾਹਿਬ ਜੀ, ਹਾਂਜੀ, ਇੱਥੇ ਆਪਾਂ ਜਿਸ ਮੁਲਕ ਬੈਠੇ ਹਾਂ, ਉਹ ਤਾਂ ਦੇਖੋ ਮਹਾਰਾਣੀ ਹੈ ਜੀ, ਉਹ ਵੀ ਕਿਸੇ ਦੀ ਧੀ ਆ, ਦੇਖ ਲਓ। ਬਿਲਕੁਲ ਜੀ, ਅੱਜ ਦੁਨੀਆ ਦੀ ਮਹਾਰਾਣੀ ਬਣ ਕੇ ਬੈਠੀ ਹੈ, ਦੁਨੀਆ ਦੀ ਮਹਾਰਾਣੀ ਦੇਖ ਲਓ। ਤਾਂ ਉਹਨੇ ਕਿੰਨੀ ਐਮ ਹੈ। ਹਾਂਜੀ, ਕੱਲ੍ਹ ਪਰਸੋਂ ਦਿਖਾਦੇ ਸੀ ਕਿੰਨੇ 92-93 ਸਾਲ ਦੀ ਹੋ ਗਈ, 94 ਮੇਰੇ ਖਿਆਲ ਕਹਿੰਦੇ ਸੀ। ਮੇਰਾ 50-60 ਸਾਲ ਦਾ ਵਿਚਾਰਾ ਉਹਨੂੰ ਮਹਾਰਾਣੀ ਬਣੀ। ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ, ਉਹ ਤਾਂ ਪੋਤੇ ਵਾਲੀ ਆ ਜੀ ਜੀ ਜੀ। ਅਤੇ ਹਾਂਜੀ, ਗੱਲ ਆਪਣੀ ਚੱਲ ਰਹੀ ਸੀ ਧੀਆਂ ਦੀ, ਅਤੇ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਧੀਆਂ ਦਾ, ਅਤੇ ਧੀਆਂ ਦੀ ਇੱਜ਼ਤ ਕਰੋ, ਮਾਣ ਕਰੋ, ਕਿਉਂਕਿ ਸੰਸਾਰ ਹੀ ਬਸ ਧੀਆਂ ਨੇ ਹੀ ਚਲਾਇਆ ਹੋਇਆ ਸਾਡੇ। ਯਾਨੀ ਕਿ ਜਿਸ ਤਰ੍ਹਾਂ ਅੱਜ ਧੀਆਂ ਤੇ ਤੁਸੀਂ ਰਿਸਪੈਕਟ ਕਰ ਰਹੀ, ਜਿੰਨੀ ਰਿਸਪੈਕਟ ਉਨੀ ਥੋੜ੍ਹੀ ਹੈ। ਬਿਲਕੁਲ ਜੀ, ਬਿਲਕੁਲ। ਧੀਆਂ ਨੂੰ ਦੋਨੇ ਪਾਸੇ ਝੱਲਣਾ ਪੈਂਦਾ, ਦੁੱਖ ਜੇ ਮਾਪਿਆਂ ਨੂੰ ਵੀ ਦੇਖਣਾ ਪੈਂਦਾ ਹੈ, ਸਹੁਰਿਆਂ ਨੂੰ ਦੇਖਣਾ ਪੈਂਦਾ ਹੈ। ਬਿਲਕੁਲ ਬਿਲਕੁਲ। ਤਾਂ ਹਾਂਜੀ, ਚੱਲਣਾ ਇੱਦਾਂ ਹੀ ਆ ਵੀ ਧੀਆਂ ਨੂੰ ਦੋਨੇ ਪਾਸੇ ਦੇਖਣਾ ਪੈਂਦਾ ਹੈ। ਉਹ ਹੀ ਆ, ਦੇਖੋ ਜੀ, ਹੁਣ ਜਿੱਦਾਂ ਮੈਂ ਆਪਾਂ ਗੱਲ ਕਰਦਾ ਵੀ ਜਿਨ੍ਹਾਂ ਦੇ ਤਲਾਕ ਹੋ ਜਾਂਦੇ ਆ, ਗਰੀਬ ਬੜੀਆਂ ਦਾ ਵਿਚਾਰੀਆਂ ਦੇ ਕਿਤੇ ਗਰੀਬਾਂ ਹੋ ਗਈ ਜਾਂ 2 ਧੀਆਂ ਹੋ ਗਈਆਂ, ਉਹਨਾਂ ਦਾ ਕੀ ਹਾਲ ਹੁੰਦਾ ਦੇਖੋ। ਬੜਾ ਤਸੀਹੇ ਦਿੰਦੇ ਆ, ਜਾਣੀ ਕਿ ਲੋਕੀ ਆਪਣੇ ਜਾਣੀ ਕਿ ਯੂਪੀ ਵਾਲੇ ਦੇ ਏਰੀਏ ਜਾ ਕੇ ਦੇਖ ਲਓ, ਉਹ ਜਾਣੀ ਕਿ ਬੁਰਾ ਹਾਲ ਆ ਆਪਣੀਆਂ ਧੀਆਂ ਦਾ। ਹਾਂਜੀ, ਅਤੇ ਇਹ ਸੀ ਸਾਡਾ ਜੀ ਅੱਜ ਜੋ ਪ੍ਰੋਗਰਾਮ ਅਸੀਂ ਆਪਣੇ ਵਿਚਾਰ ਲੈ ਕੇ ਆਏ ਸੀ। ਇਸ ਪ੍ਰੋਗਰਾਮ ਦੇ ਵਿੱਚ ਸਾਡਾ ਜੋ ਅੱਜ ਦਾ ਟੌਪਿਕ ਸੀ ਧੀਆਂ ਦਾ।
ਸੋ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਾਡੇ ਭੈਣਾਂ ਭਰਾਵਾਂ ਨੇ ਜਾਣੀ ਕਿ ਜੋ ਸਾਡੇ ਸਰੋਤੇ ਦੇਖਣ ਵਾਲੇ ਨੇ, ਬਹੁਤ ਜਾਣੀ ਕਿ ਉਹਨਾਂ ਨੇ ਆਪਣੇ ਵਿਚਾਰ ਦੱਸੇ ਨੇ। ਜਿਸ ਤਰ੍ਹਾਂ ਸਾਡੇ ਮੁਹੰਮਦ ਆਜ਼ਾਦ ਜੀ ਡਾਕਟਰ ਸਾਹਿਬ ਆਏ ਸੀ, ਸਿਮਰ ਕੌਰ ਜੀ ਪਹਿਲੀ ਵਾਰੀ ਆਏ, ਉਹਨਾਂ ਨੇ ਵੀ ਬਹੁਤ ਵਧੀਆ, ਆਸ਼ਾ ਮਲ ਜੀ, ਜੋਗਿੰਦਰ ਕੌਰ ਜੀ, ਸਾਡੇ ਸਰ ਪਿਆਰਾ ਲਾਲ ਜੀ ਬੰਗੜ ਜੀ, ਸਾਡੀ ਬੀਬੀ ਸੱਤਿਆ ਮਹਿਮੀ ਜੀ, ਵਿਦਿਆ ਜੱਖੂ ਜੀ, ਜੋਗਿੰਦਰ ਜੋਗੀ ਜੀ, ਅਤੇ ਸਾਡੀ ਇੱਕ ਬੀਬੀ ਜਿਨ੍ਹਾਂ ਨੇ ਜਾਣੀ ਕਿ ਆਪਣਾ ਨਾਂ ਨਹੀਂ ਦੱਸਿਆ ਸੀ, ਅਤੇ ਉਹਨਾਂ ਨੇ ਵੀ ਆਪਣੇ ਜ਼ਿੰਦਗੀ ਦੇ ਹਾਲਾਤ ਜਿਹੜੇ ਦੱਸੇ। ਹਾਂਜੀ, ਉਹਨਾਂ ਬੀਤੀ ਹੈ ਬੀਤੀ। ਹਾਂਜੀ ਹਾਂਜੀ। ਅਤੇ ਗੱਲ ਇੱਦਾਂ ਕਿ ਜਿਹੜਾ ਅੱਜ ਦਾ ਸਾਡਾ ਟੌਪਿਕ ਸੀ, ਕਰਨ ਨੂੰ ਗੱਲਾਂ ਤਾਂ ਬਹੁਤ ਸੀ, ਮਗਰ ਕਈ ਵਾਰੀ ਸਮਾਂ ਆਪਣੇ ਨੂੰ ਇਜਾਜ਼ਤ ਨਹੀਂ ਦਿੰਦਾ, ਆਪਣੇ ਸਮੇਂ ਦੀ ਘਾਟ ਹੋਣ ਕਰਕੇ ਧੀਆਂ ਵਾਸਤੇ ਕੋਈ ਲਿਮਿਟ ਹੀ ਨਹੀਂ। ਬਿਲਕੁਲ ਜੀ, ਸਹੀ ਗੱਲ ਹੈ। ਅਤੇ ਪ੍ਰੋਗਰਾਮ 'ਤੇ ਹੋਰ ਵੀ ਕਰ ਸਕਦੇ, ਪਰ ਹੁਣ ਸਮਾਂ ਹੀ ਆਪਣੇ ਕੋਲ ਓਨਾ ਸੀ। ਸੋ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਮਹਾਰਾਜ ਮੈਨੂੰ ਗੱਲ ਤਾਂ ਕਰ ਲੈਣ ਦਿਓ। ਸਾਡਾ ਉਹ ਵੀ ਤਾਂ ਗੱਲ ਕਰ ਰਹੇ ਸੀ ਜੀ ਅਸੀਂ ਧੀਆਂ ਦੇ ਟੌਪਿਕ ਦੀ। ਧੰਨਵਾਦ ਆ ਜੀ ਸਾਡੇ ਕਾਂਸ਼ੀ TV ਦੀ ਟੀਮ ਦਾ ਵੀ, ਸਾਰਿਆਂ ਦਾ। ਅਤੇ ਖਾਸ ਕਰਕੇ ਅਸੀਂ ਹੁਣ ਚੇਤਾ ਨਹੀਂ ਭੁਲਾਇਆ ਕਰਨਾ ਜੀ, ਕਿਉਂਕਿ ਹੁਣ ਸਾਡੇ ਸਰ ਪਹਿਲਾ ਬੰਗੜ ਜੀ ਉਹਨਾਂ ਦਾ ਪੱਕਾ ਪਤਾ ਲੱਗ ਗਿਆ ਵੀ ਮੋਮੀ ਸਾਂਭਾ ਉਹਨਾਂ ਦਾ ਜਾਣੀ ਬੈਠਾ ਹੱਥ ਹੈਗਾ। ਸੋ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਸਾਡੇ ਬੀਜੇ ਮੋਮੀ ਜੀ ਉਹਨਾਂ ਦਾ, ਜਿਹੜੇ ਕਿ ਸਾਡੀ ਇੰਨੀ ਹੈਲਪ ਕਰਦੇ ਨੇ। ਤਾਂ ਬਹੁਤ ਬਹੁਤ ਧੰਨਵਾਦ ਆ ਉਹਨਾਂ ਸਾਡੇ ਕੋਲਰਾਂ ਦਾ, ਸਰੋਤਿਆਂ ਦਾ, ਜਿਹੜਾ ਜਾਣੀ ਕਿ ਸਾਡੇ ਇਸ ਪ੍ਰੋਗਰਾਮ ਨੂੰ ਥੋੜ੍ਹੀਆਂ ਹੋਰ ਚਾਰ ਲਾਉਂਦੇ ਨੇ ਆਣ ਕੇ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ TV ਹੈ। ਸੋ ਅਖੀਰ ਦੇ ਵਿੱਚ ਅਗਲੇ ਹਫ਼ਤੇ ਫਿਰ ਕੋਈ ਨਾ ਕੋਈ ਵੱਖਰੇ ਟੌਪਿਕ ਦੇ ਨਾਲ ਅਸੀਂ ਲੈ ਕੇ ਆਵਾਂਗੇ। ਆਪਣਾ ਪ੍ਰੋਗਰਾਮ ਜੋ ਹੈਗਾ, ਆਪਣੇ ਵਿਚਾਰ ਦੇ ਵਿੱਚ ਕੋਈ ਨਾ ਕੋਈ ਨਵਾਂ ਟੌਪਿਕ ਆਊਗਾ, ਅਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਅਗਲਾ ਜੋ ਉਸ ਤੋਂ ਅੱਗੇ ਜਿਹੜਾ ਪ੍ਰੋਗਰਾਮ ਹੋਏਗਾ। ਸੋ ਇਹਦੇ ਨਾਲ ਹੀ ਸਾਡੀ ਹੁਣ ਸਮਾਪਤੀ ਹੈ। ਅਖੀਰ ਦੇ ਵਿੱਚ ਸਾਡੇ ਦੋਨਾਂ ਭਰਾਵਾਂ ਵੱਲੋਂ, ਮੇਰੇ ਵੱਲੋਂ ਰੂਪ ਸਮਰਾਏ ਤੇ ਬਲਵੀਰ ਜੀ, ਜੈ ਗੁਰੂਦੇਵ, ਧੰਨ ਗੁਰੂਦੇਵ।